ਸਤਿ ਸ੍ਰੀ ਅਕਾਲ। ਜਸ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਗੱਲ ਕਰਾਂਗੇ ਸਾਡੀ ਉਸ ਅਜਿਹੀ ਬੇਸ਼ਕੀਮਤੀ ਚੀਜ਼ ਦੇ ਬਾਰੇ ਜੋ ਅੰਗਰੇਜ਼ਾਂ ਦੇ ਕੋਲ ਪਈ ਹੈ ਅਤੇ ਕਿੰਗ ਨਿਊਯਾਰਕ ਦੀਆਂ ਸੜਕਾਂ ਤੇ ਬੜੇ ਆਰਾਮ ਦੇ ਨਾਲ ਉਸ ਚੀਜ਼ ਨੂੰ ਆਪਣੇ ਕੋਲ ਰੱਖ ਕੇ ਘੁੰਮ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਪੁਆਇੰਟਰਸ ਦੇ ਜ਼ਰੀਏ ਸਮਝ ਲੈਂਦੇ ਆ ਕਿ ਮੁੱਦਾ ਹੈ ਕੀ ਹੈ। ਨਿਊਯਾਰਕ ਦੇ ਮੇਅਰ ਵੱਲੋਂ ਭਾਰਤ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ। ਜੋਹਰ ਮਮਦਾਨੀ ਨੇ ਕੋਹਿਨੂਰ ਦਾ ਮੁੱਦਾ ਚੁੱਕਿਆ ਹੈ। ਜ਼ੋਹਰਾਨ ਮਮਦਾਨੀ ਨੇ ਕਿੰਗ ਚਾਰਲਸ ਤੋਂ ਕੋਹਿਨੂਰ ਭਾਰਤ ਨੂੰ ਦੇਣ ਦੀ ਮੰਗ ਕੀਤੀ ਹੈ। ਜ਼ੋਹਰਾਨ ਮਮਦਾਨੀ ਨੇ ਆਖਿਆ ਕਿ ਕੋਹਿਨੂਰ ਭਾਰਤ ਨੂੰ ਵਾਪਸ ਕਰੋ। ਅਜਿਹੀ ਮੰਗ ਨਿਊਯਾਰਕ ਦੇ ਭਾਰਤੀ ਮੂਲ ਦੇ ਮੇਅਰ ਦੇ ਵੱਲੋਂ ਕੀਤੀ ਗਈ ਹੈ। ਜ਼ੋਹਰਾਨ ਨੇ ਸਦੀਆਂ ਪੁਰਾਣੀ ਮੰਗ ਦੁਹਰਾਈ ਹੈ। ਚਾਰਲਸ ਦੀ ਨਿਊਯਾਰਕ ਫੇਰੀ ਦੇ ਦੌਰਾਨ ਇਸ ਤੇ ਚਰਚਾ ਹੋਈ ਹੈ। ਤਾਂ ਇਹ ਬਹੁਤ ਵੱਡਾ ਮੁੱਦਾ ਹੈ। ਅੱਜ ਦਾ ਮੁੱਦਾ ਹੈ ਜੀ ਕਿੰਗ ਕੋਹਿਨੂਰ ਤੇ ਕਬਜ਼ਾ। ਕੋਹਿਨੂਰ ਬੇਸ਼ਕੀਮਤੀ ਹੀਰਾ ਹੈ ਤੇ 1949 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਵਿਕਟੋਰੀਆ ਨੂੰ ਦਿੱਤਾ ਸੀ ਜਾਂ ਉਹਨਾਂ ਤੋਂ ਖੋਹ ਲਿਆ ਗਿਆ ਸੀ। ਇਹ ਹਲੇ 605 ਹੈ। ਐਸੇ ਤੇ ਅਸੀਂ ਅੱਜ ਦਾ ਮੁੱਦਾ ਲੈ ਕੇ ਆਏ ਹਾਂ। ਕੋਹਿਨੂਰ ਕਿੰਗ ਤੇ ਕਰਜ਼ਾ। ਮੁੱਦਾ ਹੈ ਕੋਹਿਨੂਰ ਦਿੱਲੀੋਂ ਕਿੰਨਾ ਦੂਰ। ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ ਜੀ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈ ਤੇ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ। ਤਾਂ ਫੋਨ ਚੁੱਕੋ, ਡਾਇਲ ਕਰੋ ਨੰਬਰ ਤੇ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰੋ। ਤਾਂ ਮੁੱਦੇ ਤੇ ਵਾਪਸ ਆਵਾਂਗੇ। ਮੁੱਦਾ ਹੈ ਜੀ ਉਸ ਕੋਹਿਨੂਰ ਹੀਰੇ ਦਾ ਜੋ ਮਹਾਰਾਜਾ ਦਲੀਪ ਸਿੰਘ ਤੋਂ ਮਹਾਰਾਣੀ ਵਿਕਟੋਰੀਆ ਦੇ ਕੋਲ ਗਿਆ। ਕਈ ਵਾਰ ਇਸ ਨੂੰ ਲੈ ਕੇ ਜਿਹੜੀਆਂ ਨੇ ਚਾਰਾਂ ਚੁਣੀਆਂ ਹੋਈਆਂ ਕਿ ਕੋਹਿਨੂਰ ਭਾਰਤ ਨੂੰ ਵਾਪਸ ਕਰ ਦਿੱਤਾ ਜਾਵੇ ਕਿਉਂਕਿ ਇਹ ਭਾਰਤ ਦੀ ਅਮਾਨਤ ਹੈ। ਪਰ ਇਹ ਕੋਹਿਨੂਰ ਭਾਰਤ ਨੂੰ ਵਾਪਸ ਨਹੀਂ ਕੀਤਾ ਗਿਆ। ਲਗਾਤਾਰ ਕਈ ਦਫਾ ਸਰਕਾਰਾਂ ਦੇ ਵੱਲੋਂ ਸਿੱਖ ਸੰਸਥਾਵਾਂ ਦੇ ਵੱਲੋਂ ਚੋਰੀਆਂ ਕੀਤੀਆਂ ਗਈਆਂ, ਚਾਰਾਂ ਚੋਰੀਆਂ ਕੀਤੀਆਂ ਗਈਆਂ, ਪਰ ਇਹ ਕੋਹਿਨੂਰ ਨਹੀਂ ਲਿਆ। ਇਹ ਕੋਹਿਨੂਰ ਮਹਾਰਾਣੀ ਦੇ ਕਰਾਊਨ ਦੇ ਵਿੱਚ ਲੱਗਿਆ ਹੁੰਦਾ ਹੈ। ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਸਨ, ਜਿਨ੍ਹਾਂ ਦੇ ਕੋਲ ਇਹ ਕੋਹਿਨੂਰ ਸੀ, ਜਿਨ੍ਹਾਂ ਤੋਂ ਮਹਾਰਾਣੀ ਵਿਕਟੋਰੀਆ ਦੇ ਕੋਲ ਗਿਆ। ਹੁਣ ਸਵਾਲ ਇਹ ਹੈ ਕਿ ਆਖਰ ਇਹ ਮਹਾਰਾਣੀ ਵਿਕਟੋਰੀਆ ਦੇ ਕੋਲ ਗਿਆ ਕਿਵੇਂ ਅਤੇ ਹੁਣ ਇਹ ਵਾਪਸ ਕਿਵੇਂ ਆਵੇਗਾ। ਅੱਜ ਸਵਾਲ ਉਸ ਪੱਥਰ ਦੇ ਟੁਕੜੇ ਦਾ, ਬੇਸ਼ਕੀਮਤੀ ਪੱਥਰ ਦੇ ਟੁਕੜੇ ਦਾ ਨਹੀਂ ਹੈ। ਅੱਜ ਸਵਾਲ ਸਾਡੇ ਇਤਿਹਾਸ ਦਾ ਹੈ, ਸਾਡੀ ਗੈਰਤ ਦਾ ਹੈ। ਉਹ ਹੀਰਾ ਜੋ ਸਾਡਾ ਹੈ, ਜਿਸ ਨੂੰ ਕਿੰਗ ਚਾਰਲਸ, ਜੋ ਕਿੰਗ ਬ੍ਰਿਟੇਨ ਦੇ ਕਿੰਗ ਦੇ ਕੋਲ ਹੈ, ਮਹਾਰਾਣੀ ਵਿਕਟੋਰੀਆ ਤੋਂ ਚੱਲਿਆ ਆ ਰਿਹਾ ਹੈ, ਉਸਨੂੰ ਵਾਪਸ ਨਹੀਂ ਕਰ ਰਹੇ ਨੇ। ਹੋਣਾ ਤੇ ਚਾਹੀਦਾ ਸੀ ਕਿ ਜੋ ਚੀਜ਼ ਭਾਰਤ ਦੀ ਹੈ ਉਸਨੂੰ ਵਾਪਸ ਕੀਤਾ ਜਾਵੇ, ਪਰ ਕੋਹਿਨੂਰ ਭਾਰਤ ਨੂੰ ਵਾਪਸ ਨਹੀਂ ਕੀਤਾ ਜਾ ਰਿਹਾ। ਇਸ ਦੇ ਪਿੱਛੇ ਬ੍ਰਿਟੇਨ ਦੀ ਮਨਸ਼ਾ ਕੀ ਹੋ ਸਕਦੀ ਹੈ? ਸਵਾਲ ਸਿੱਧਾ ਜਿਹਾ ਹੈ। ਇਹ ਕੋਹਿਨੂਰ ਸਾਡੇ ਪੁਰਖਿਆਂ ਦੀਆਂ ਖੂਨ ਦੀਆਂ ਬੂੰਦਾਂ ਦੇ ਨਾਲ ਲਿਪਟਿਆ ਹੋਇਆ ਹੈ, ਜੋ ਉਹਨਾਂ ਦੇ ਕੋਲ ਸਾਡੀ ਵਿਰਾਸਤ ਹੈ ਤੇ ਅੱਜ ਵੇਲਾ ਸਾਡੀ ਵਿਰਾਸਤ ਨੂੰ ਮੋੜਨ ਦਾ ਹੈ। ਜਿਵੇਂ ਹੀ ਕਿੰਗ ਚਾਰਲਸ ਪ੍ਰੀ ਅਤੇ ਕੈਮਿਲਾ ਅਮਰੀਕਾ ਗਏ, ਨਿਊਯਾਰਕ ਦੀ ਫੇਰੀ ਤੇ ਗਏ, ਤਾਂ ਜ਼ੋਹਰਾਨ ਮਮਦਾਨੀ ਜੋ ਮੇਅਰ ਨੇ ਨਿਊਯਾਰਕ ਦੇ, ਉਹਨਾਂ ਨੇ ਮੁੱਦਾ ਚੁੱਕਿਆ ਅਤੇ ਕਿਹਾ ਕਿ ਕੋਹਿਨੂਰ ਭਾਰਤ ਨੂੰ ਵਾਪਸ ਕਰ ਦਿਓ। ਇਹ ਭਾਰਤ ਦੀ ਨਿਸ਼ਾਨੀ ਹੈ ਅਤੇ ਇਹ ਇੱਕ ਲੁੱਟ ਦੀ ਨਿਸ਼ਾਨੀ ਹੈ, ਲੁੱਟ ਦਾ ਪ੍ਰਤੀਕ ਹੈ। ਇਹ ਲੋਕਤੰਤਰ ਦੀ ਨਿਸ਼ਾਨੀ ਨਹੀਂ ਹੈ। ਜੋ ਚੀਜ਼ ਜਿਸਦੀ ਹੈ ਉਸਨੂੰ ਵਾਪਸ ਕੀਤੀ ਜਾਵੇ। ਹਾਲਾਂਕਿ ਇਸ ਤੇ ਕਿੰਗਸ ਦੀ ਕੋਈ ਪ੍ਰਕਿਰਿਆ ਤੇ ਨਹੀਂ ਆਈ, ਨਾ ਹੀ ਮਹਾਰਾਣੀ ਕੈਮਿਲਾ ਦੀ ਕੋਈ ਪ੍ਰਕਿਰਿਆ ਆਈ ਹੈ, ਪਰ ਇਸਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਰਕਾਰ ਅਮਰੀਕਾ ਦੀ ਧਰਤੀ ਤੋਂ ਹੀ ਆਵਾਜ਼ ਉੱਠੀ ਹੈ ਕਿ ਵਾਕਿਆ ਹੀ ਹੁਣ ਕੋਹਿਨੂਰ ਭਾਰਤ ਨੂੰ ਮਿਲੇਗਾ ਜਾਂ ਫਿਰ ਭਾਰਤ ਨੂੰ ਕੋਹਿਨੂਰ ਨਹੀਂ ਮਿਲੇਗਾ। ਸਵਾਲ ਬਹੁਤ ਸਿੱਧਾ, ਸਪਸ਼ਟ ਅਤੇ ਤਿੱਖਾ ਹੈ। ਹੁਣ ਸਵਾਲ ਇਹ ਵੀ ਹੈ ਕਿ ਕੋਹਿਨੂਰ ਹੈ ਜਿਹੜਾ ਦਿੱਲੀ ਪਹੁੰਚ ਸਕੇਗਾ, ਸਾਡੇ ਦੇਸ਼ ਦੀ ਰਾਜਧਾਨੀ ਪਹੁੰਚ ਸਕੇਗਾ ਬ੍ਰਿਟੇਨ ਤੋਂ ਹੁੰਦਾ ਹੋਇਆ, ਕਿ ਕੋਹਿਨੂਰ ਭਾਰਤ ਆਏਗਾ, ਦਿੱਲੀ ਆਏਗਾ, ਜਾਂ ਫਿਰ ਸਿਰਫ ਇੱਕ ਜਜ਼ਬਾਤੀ ਗੱਲ ਰਹਿ ਜਾਏਗੀ ਅਤੇ ਕੋਹਿਨੂਰ ਭਾਰਤ ਨੂੰ ਮਿਲੇਗਾ ਹੀ ਨਹੀਂ। ਕਿ ਤੁਸੀਂ ਹੁਣ ਸਵਾਲ ਇਹ ਵੀ ਹੈ ਕਿ ਅਜਿਹੇ ਲੋਕਾਂ ਨੂੰ ਅਸੀਂ ਕਿੰਗ ਕਹਿ ਸਕਦੇ ਜਿਨ੍ਹਾਂ ਦੇ ਕੋਲ ਸਾਡਾ ਹੀ ਹੀਰਾ ਹੈ ਔਰ
ਉਹ ਹੀਰਾ ਉਹਨਾਂ ਨੇ ਖੋਇਆ, ਉਹਨਾਂ ਨੂੰ ਗਿਫਟ ਨਹੀਂ ਕੀਤਾ ਗਿਆ। ਕਿ ਕਿਸੇ ਚੀਜ਼ ਤੇ ਹੋ ਕੇ ਉਸਤੇ ਕਬਜ਼ਾ ਕਰਕੇ ਰੱਖਣ ਵਾਲੇ ਨੂੰ ਕਿੰਗ ਕਿਹਾ ਜਾ ਸਕਦਾ ਹੈ। ਜਿਸ ਦੇ ਕੋਲ ਚੋਰੀ ਦਾ ਸਮਾਨ ਹੋਵੇ ਉਸਨੂੰ ਕਿੰਗ ਕਿਹਾ ਜਾਏਗਾ। ਸਵਾਲ ਇਹ ਵੀ ਹੈ, ਕਈ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਨੇ। ਮਹਾਰਾਜਾ ਰਣਜੀਤ ਸਿੰਘ ਦੀ ਇਮਾਨਤ ਨੂੰ ਦੂਜਿਆਂ ਦੀਆਂ ਤਜੋਰੀਆਂ ਦੇ ਵੇਖ ਕੇ ਕਿ ਸਾਨੂੰ ਬੁਰਾ ਨਹੀਂ ਲੱਗਦਾ, ਕਿ ਸਾਡੇ ਦਰਸ਼ਕਾਂ ਨੂੰ ਬੁਰਾ ਨਹੀਂ ਲੱਗਦਾ ਕਿ ਇਹ ਸਿੱਖਾਂ ਦੀ ਇਮਾਨਤ ਹੈ, ਸਿੱਖ ਰਾਜ ਦੀ ਇਮਾਨਤ ਹੈ, ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਮਾਨਤ ਹੈ। ਉਹ ਰਾਜਿਆਂ ਦੀ ਤਿਜੋਰੀ ਦੇ ਵਿੱਚ ਪਿਆ ਹੈ, ਅੰਗਰੇਜ਼ੀ ਰਾਜਿਆਂ ਦੀਆਂ ਤਿਜੋਰੀਆਂ ਦੇ ਵਿੱਚ ਪਿਆ ਹੈ। ਉਸ ਨੂੰ ਵੇਖੇ ਤੁਹਾਨੂੰ ਕਿੰਨਾ ਕੁ ਚੰਗਾ ਲੱਗਦਾ ਹੈ? ਕੀ ਤੁਹਾਨੂੰ ਇਹ ਵਧੀਆ ਲੱਗਦਾ ਹੈ? ਤੁਹਾਨੂੰ ਲੱਗਦਾ ਹੈ ਕਿ ਹੁਣ ਸਾਡੀ ਜਿਹੜੀ ਵਿਰਾਸਤ ਹੈ ਵਰਤਾਓ, ਜਾਂ ਫਿਰ ਕੋਹਿਨੂਰ ਤੇ ਸਿਰਫ ਸਿਆਸਤ ਹੀ ਹੋ ਗਈ ਹੈ? ਮਹਾਰਾਜਾ ਰਣਜੀਤ ਸਿੰਘ ਦੀ ਨਿਸ਼ਾਨੀ ਹੈ ਇਹ ਕਹਾਣੀ ਕਿੱਥੋਂ ਸ਼ੁਰੂ ਹੋਈ ਹੈ, ਇਹ ਵੀ ਸਵਾਲ ਹੈ। ਲਗਾਤਾਰ ਅਸੀਂ ਇਸ ਤੇ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਕੋਹਿਨੂਰ ਆਇਆ, ਕਿੱਥੋਂ ਕਿੱਥੇ ਗਿਆ, ਐਸੇ ਵੀ ਚਰਚਾ ਕਰਨੀ ਲਾਜ਼ਮੀ ਹੈ। ਪਰ ਸਵਾਲ ਇਹ ਹੈ ਹੁਣ ਕਿ ਵਾਕਿਆ ਹੀ ਕੋਹਿਨੂਰ ਹੀਰਾ ਭਾਰਤ ਕੋਲ ਵਾਪਸ ਆਵੇਗਾ ਜਾਂ ਫਿਰ ਨਹੀਂ ਆਏਗਾ? ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਕਿੱਥੋਂ ਲਿਆ ਤੇ ਫਿਰ ਮਹਾਰਾਣੀ ਇੰਗਲੈਂਡ ਦੇ ਕੋਲ ਕਿਵੇਂ ਚਲਾ ਗਿਆ? ਬੀਤੇ ਦਿਨੀ ਨਿਊਯਾਰਕ ਦੇ ਮੇਅਰ ਜ਼ੋਹਰਾਨ ਮੁਮਤਾਨੀ ਨੇ ਆਖਿਆ ਸੀ ਕਿ ਰਾਜਾ ਚਾਰਲਸ ਦੇ ਨਾਲ ਉਹ ਗੱਲ ਕਰਨਗੇ ਤੇ ਕਹਿਣਗੇ ਕੋਹਿਨੂਰ ਵਾਪਸ ਕਰ ਲਈ। ਫਿਰ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਵੀ ਕਿੰਗ ਚਾਰਲਸ ਤੇ ਮੁਮਤਾਨੀ ਦੀ ਮੁਲਾਕਾਤ ਹੋਈ, ਇਸ ਵਿਸ਼ੇ ਤੇ ਉਹਨਾਂ ਨੇ ਆਖਿਆ ਗੱਲਬਾਤ ਕੀਤੀ। ਬ੍ਰਿਟਿਸ਼ ਤਾਜ ਦੇ ਲੱਗੇ ਕੋਹਿਨੂਰ ਦੀ ਕਹਾਣੀ ਜਿਹੜੀ ਹੈ ਉਹ ਕੀ ਹੈ, ਉਸ ਕੋਹਿਨੂਰ ਦੀ ਯਾਤਰਾ ਕੀ ਹੈ, ਨਾਦਰ ਸ਼ਾਹ ਤੋਂ ਹੁੰਦਾ ਹੋਇਆ ਇਹ ਬ੍ਰਿਟਿਸ਼ ਰਾਜ ਤੱਕ ਕਿਵੇਂ ਪਹੁੰਚਿਆ ਹੈ। ਕੱਲ 29 ਮਾਰਚ 1849 ਦੀ ਹੈ। ਕਿਲੇ ਦੇ ਵਿੱਚ ਸਥਿਤ ਸ਼ੀਸ਼ ਮਹਿਲ ਦੇ ਵਿੱਚ 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਲਿਆਂਦਾ ਗਿਆ ਸੀ। ਉਸ ਬੱਚੇ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਦਾ ਦਹਾਕੇ ਪਹਿਲਾਂ ਦੇਹਾਂਤ ਹੋ ਗਿਆ ਸੀ। ਦਲੀਪ ਸਿੰਘ ਜਦੋਂ 1 ਸਾਲ ਦੇ ਸੀ ਤਦ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋਇਆ ਸੀ। ਜਦੋਂ ਦਲੀਪ ਸਿੰਘ 10 ਸਾਲ ਦੇ ਹੋਏ ਤਾਂ ਉਹਨਾਂ ਨੂੰ ਕਿਲੇ ਦੇ ਵਿੱਚ ਲਿਆਂਦਾ ਗਿਆ। ਉਹਨਾਂ ਦੀ ਮਾਂ ਰਾਣੀ ਜਿੰਦ ਕੌਰ ਨੂੰ ਕੁਝ ਸਮਾਂ ਪਹਿਲਾਂ ਜ਼ਬਰਦਸਤੀ ਸ਼ਹਿਰ ਦੇ ਹੋਰ ਸ਼ੀਸ਼ ਮਹਿਲ ਦੇ ਵਿੱਚ ਭੇਜ ਦਿੱਤਾ ਗਿਆ ਸੀ। ਦਲੀਪ ਸਿੰਘ ਦੇ ਚਾਰੇ ਪਾਸੇ ਲਾਲ ਕੋਟ ਤੇ ਹੈਟ ਪਹਿਨੀ ਅੰਗਰੇਜ਼ਾਂ ਨੇ ਘੇਰਾ ਬਣਾਇਆ ਹੋਇਆ ਸੀ। ਅੰਗਰੇਜ਼ ਦਲੀਪ ਸਿੰਘ ਦੇ ਆਸ-ਪਾਸ ਸੀ। ਉਦੋਂ ਮਹਾਰਾਜਾ ਦਲੀਪ ਸਿੰਘ ਬੱਚਾ ਹੋਇਆ ਕਰਦੇ ਸੀ, ਮਹਿਜ਼ 10 ਸਾਲ ਦੇ ਸੀ। ਉਦੋਂ ਬੱਚਾ ਹੋਇਆ ਕਰਦੇ ਸੀ। ਤਦ ਤੋਂ ਹੀ ਇਸ ਹੀਰੇ ਦੀ ਕਹਾਣੀ ਹੈ ਜਿਹੜੀ ਉਹ ਸ਼ੁਰੂ ਹੋਈ ਹੈ ਕਿ ਕਿਵੇਂ ਹੀਰਾ ਹੈ ਜਿਹੜਾ ਉਹ ਕਿੱਥੋਂ ਕਿੱਥੇ ਆਇਆ। ਹੁਣ ਸਵਾਲ ਇਹ ਹੈ ਕਿ ਥੋੜੀ ਦੇਰ ਬਾਅਦ ਇੱਕ ਜਨਤਕ ਸਮਾਗਮ ਵਿੱਚ ਉਹਨਾਂ ਨੇ ਆਪਣੇ ਦਰਬਾਰ ਤੇ ਬਾਕੀ ਬਚੇ ਸਰਦਾਰਾਂ ਦੇ ਸਾਹਮਣੇ ਉਸ ਦਸਤਾਵੇਜ਼ ਤੇ ਦਸਤਖਤ ਕੀਤੇ ਜਿਸ ਦੀ ਅੰਗਰੇਜ਼ ਸਰਕਾਰ ਵਰ੍ਹਿਆਂ ਤੋਂ ਉਡੀਕ ਕਰ ਰਹੀ ਸੀ। ਭਾਵ ਇੱਕ 10 ਸਾਲ ਦੇ ਬੱਚਿਆਂ ਨੂੰ ਡਰਾ ਕੇ ਧਮਕਾ ਕੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਡਾਕੂਮੈਂਟਸ ਤੇ ਅੰਗਰੇਜ਼ਾਂ ਨੇ ਸਾਈਨ ਕਰਵਾ ਲਏ ਜਿਸ ਦੀ ਵਰ੍ਹਿਆਂ ਤੋਂ ਉਡੀਕ ਸੀ। ਜੋ ਕੰਮ ਉਹ ਸ਼ੇਰੇ ਪੰਜਾਬ ਤੋਂ ਨਹੀਂ ਕਰਵਾ ਸਕੇ ਉਹ 10 ਸਾਲ ਦੇ ਬੱਚੇ ਤੋਂ ਕਰਵਾ ਲਿਆ। 10 ਸਾਲ ਦਾ ਬੱਚਾ ਸੀ, ਉਸਨੂੰ ਕੁਝ ਸਮਝ ਵੀ ਨਹੀਂ ਸੀ, ਉਸਨੇ ਹਸਤਾਖਰ ਕਰ ਦਿੱਤੇ। ਕੁਝ ਹੀ ਮਿੰਟਾਂ ਦੇ ਵਿੱਚ ਲਾਹੌਰ ਕਿਲੇ ਤੋਂ ਸਿੱਖ ਖਾਲਸਿਆਂ ਦਾ ਝੰਡਾ ਲਾਇਆ ਗਿਆ ਤੇ ਉਸਦੀ ਜਗ੍ਹਾ ਈਸਟ ਇੰਡੀਆ ਕੰਪਨੀ ਦਾ ਧਾਰੀਆਂ ਵਾਲਾ ਝੰਡਾ ਲਹਿਰਾਉਣ ਗਿਆ। ਭਾਵ ਗੁਲਾਮੀ ਕਬੂਲ ਹੋ ਗਈ। ਇਸ ਨਾਲ ਹੀ ਨਾ ਸਿਰਫ ਸਿੱਖ ਸਾਮਰਾਜ ਤੇ ਈਸਟ ਇੰਡੀਆ ਕੰਪਨੀ ਦਾ ਦਬਦਬਾ ਹੋਇਆ, ਸਗੋਂ ਦੁਨੀਆ ਦਾ ਸਭ ਤੋਂ ਮਸ਼ਹੂਰ ਕੋਹਿਨੂਰ ਹੀਰਾ ਵੀ ਉਹਨਾਂ ਦੇ ਕਬਜ਼ੇ ਵਿੱਚ ਚਲਾ ਗਿਆ। ਭਾਵ ਪਹਿਲਾਂ ਜ਼ਬਰਦਸਤੀ ਮਹਾਰਾਜੇ ਦੇ ਕਿਲੇ ਤੇ ਕਬਜ਼ਾ ਕੀਤਾ, ਇੱਕ ਬੱਚੇ ਨੂੰ ਡਰਾ ਧਮਕਾ ਕੇ ਉਸ ਤੋਂ ਹਸਤਾਖਰ ਲਏ। ਫਿਰ ਕੋਹਿਨੂਰ ਹੀਰਾ ਜੋ ਮਹਾਰਾਜੇ ਦੀ ਵਿਰਾਸਤ ਸੀ ਉਹ ਵੀ ਬ੍ਰਿਟੇਨ ਚਲਾ ਗਿਆ ਅਤੇ ਸਾਰਾ ਰਾਜ ਭਾਗ ਹੀ ਈਸਟ ਇੰਡੀਆ ਕੰਪਨੀ ਦੇ ਅੰਡਰ ਆ ਗਿਆ। ਉੱਥੋਂ ਹੀ ਸ਼ੁਰੂ ਹੋਈ ਹੈ ਕੋਹਿਨੂਰ ਹੀਰੇ ਦੀ ਕਹਾਣੀ ਜੋ ਹਲੇ ਤੱਕ ਚੱਲੀ ਆ ਰਹੀ ਹੈ। ਦਹਾਕਿਆਂ ਪੁਰਾਣੀ ਇਹ ਕਹਾਣੀ ਹੈ। ਕੋਹਿਨੂਰ ਬਾਰੇ ਆਖਿਆ ਜਾਂਦਾ ਹੈ ਕਿ ਸੰਭਾਵਨਾ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤ ਦੇ ਮੰਦਰ ਦੇ ਵਿੱਚੋਂ ਇੱਕ ਮੂਰਤੀ ਦੀ ਅੱਖ ਵਿੱਚੋਂ ਕੱਢਿਆ ਸੀ। ਮੁਰਗੀ ਦੇ ਛੋਟੇ ਅੰਡੇ ਦੇ ਬਰਾਬਰ ਹੈ ਇਹ ਕੋਹਿਨੂਰ ਹੀਰਾ ਜਿਸ ਨੂੰ ਮਹਾਰਾਣੀ ਵਿਕਟੋਰੀਆ ਨੇ ਆਪਣੇ ਤਾਜ ਦੇ ਵਿੱਚ ਰੱਖਿਆ। ਕੋਹਿਨੂਰ ਦੀ ਸਟੋਰੀ ਹੈ ਜਿਹੜੀ ਇਹ ਬਹੁਤ ਇੰਟਰਸਟਿੰਗ ਹੈ, ਬਹੁਤ ਵੱਡੀ ਸਟੋਰੀ ਹੈ। ਪਰ ਕੀ ਵਾਕਿਆ ਹੀ ਕੋਹਿਨੂਰ ਭਾਰਤ ਕੋਲ ਆਵੇਗਾ? ਕਿਉਂਕਿ ਵਿਰਾਸਤ ਭਾਰਤ ਦੀ ਹੈ। ਜੇਕਰ ਕੋਹਿਨੂਰ ਭਾਰਤ ਨੂੰ ਨਹੀਂ ਮਿਲਦਾ ਜਾਂ ਮਿਲ ਜਾਂਦਾ ਹੈ, ਤੁਹਾਡੀ ਇਸ ਤੇ ਕੀ ਪ੍ਰਤੀਕਿਰਿਆ ਹੈ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਡਾ ਸਪਸ਼ਟ ਜਿਹਾ ਸਵਾਲ ਹੈ।
ਕਿ ਕੋਹਿਨੂਰ ਭਾਰਤ ਨੂੰ ਮਿਲਣਾ ਚਾਹੀਦਾ ਹੈ ਜਾਂ ਫਿਰ ਨਹੀਂ, ਜਾਂ ਗਿਫਟ ਸਮਝ ਕੇ ਅੰਗਰੇਜ਼ਾਂ ਨੂੰ ਦੇ ਦੇਣਾ ਚਾਹੀਦਾ ਹੈ। ਇੱਕ ਤੋਹਫਾ ਹੈ ਜੋ ਮਹਾਰਾਜਾ ਦਲੀਪ ਨੇ ਦਿੱਤਾ ਅਤੇ ਉਹ ਮਹਾਰਾਣੀ ਵਿਕਟੋਰੀਆ ਤੋਂ ਹੁਣ ਤੱਕ ਰਾਜ ਘਰਾਣੇ ਦੇ ਕੋਲ ਹੈ ਤੇ ਉਹਨਾਂ ਦੇ ਕੋਲ ਹੀ ਰਹੇ। ਭਾਰਤ ਨੂੰ ਇਸ ਦੀ ਜ਼ਰੂਰਤ ਨਹੀਂ ਹੈ, ਭਾਰਤ ਨੂੰ ਮਿਲਣਾ ਹੀ ਨਹੀਂ ਚਾਹੀਦਾ। ਤੁਹਾਡੀ ਰਾਏ ਕੀ ਹੈ ਕਿ ਵਾਕਿਆ ਹੀ ਕੋਹਿਨੂਰ ਭਾਰਤ ਨੂੰ ਮਿਲੇ ਜਾਂ ਫਿਰ ਬ੍ਰਿਟੇਨ ਦੇ ਰਾਜ ਘਰਾਣੇ ਦੇ ਕੋਲ ਹੀ ਰਹੇ? ਦੂਸਰਾ ਸਵਾਲ, ਕਿ ਜ਼ੋਹਰਾਨ ਮਮਦਾਨੀ ਦੇ ਬਿਆਨ ਦੇ ਨਾਲ ਬ੍ਰਿਟੇਨ ਦੇ ਰਾਜ ਘਰਾਣੇ ਤੇ ਕੋਈ ਪ੍ਰੈਸ਼ਰ ਪਏਗਾ ਜਾਂ ਫਿਰ ਗੱਲ ਆਈ ਗਈ ਹੋ ਜਾਵੇਗੀ? ਕਿ ਭਾਰਤ ਸਰਕਾਰ ਦੀਆਂ ਚਾਰਾਜੋਈਆਂ ਦੇ ਵਿੱਚ ਕੋਈ ਕਮੀ ਰਹੀ ਜੋ ਕੋਹਿਨੂਰ ਨੂੰ ਭਾਰਤ ਨਹੀਂ ਲਿਆ ਸਕੇ ਇੰਨੇ ਸਾਲਾਂ ਦੇ ਬਾਵਜੂਦ ਵੀ, ਇੰਨੀਆਂ ਸਦੀਆਂ ਦੇ ਬਾਵਜੂਦ ਵੀ? 105.6 ਕੈਰਟ ਦਾ ਇਹ ਹੀਰਾ ਹੈ। ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਵਿਕਟੋਰੀਆ ਨੂੰ ਭੇਟ ਕੀਤਾ ਸੀ। ਹੁਣ ਸਵਾਲ ਸਿੱਧਾ ਤੇ ਸਪਸ਼ਟ ਹੈ ਕਿ ਵਾਕਿਆ ਹੀ ਇਹ ਹੀਰਾ ਭਾਰਤ ਨੂੰ ਮਿਲਣਾ ਚਾਹੀਦਾ ਹੈ ਜਾਂ ਫਿਰ ਨਹੀਂ? ਤੁਹਾਨੂੰ ਸਭ ਨੂੰ ਕਿਵੇਂ ਲੱਗਦਾ ਹੋਏਗਾ ਜਦੋਂ ਅਸੀਂ ਸੁਣਦੇ ਹਾਂ ਕਿ ਸਾਡੇ ਸ਼ੇਰੇ ਪੰਜਾਬ ਦੀ ਵਿਰਾਸਤ ਬ੍ਰਿਟੇਨ ਦੇ ਰਾਜਾਂ ਦੇ ਕੋਲ ਪਈ ਹੈ, ਜਿਨ੍ਹਾਂ ਰਾਜਾਂ ਦੇ ਨਾਲ ਉਹਨਾਂ ਨੇ ਕਦੇ ਸਮਝੌਤਾ ਨਹੀਂ ਕੀਤਾ, ਕਦੇ ਈਨ ਨਹੀਂ ਮੰਨੀ, ਕਦੇ ਹਾਰ ਨਹੀਂ ਮੰਨੀ, ਸਿੱਖ ਰਾਜ ਦਾ ਦਬਦਬਾ ਕਾਇਮ ਰੱਖਿਆ। ਉਹਨਾਂ ਦੀ ਵਿਰਾਸਤ ਤੇ ਕਬਜ਼ਾ ਅੰਗਰੇਜ਼ਾਂ ਦਾ ਹੈ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰਸ ਤੇ ਤੁਸੀਂ ਕਾਲ ਕਰੋ ਤੇ ਸਾਡੇ ਨਾਲ ਆਪਣੀ ਰਾਏ ਸਾਂਝੀ ਕਰੋ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈ ਤੇ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨੀ ਹੈ ਕਿ ਤੁਹਾਨੂੰ ਇਸ ਸਭ ਤੇ ਕੀ ਲੱਗਦਾ ਹੈ। ਅਸੀਂ ਗੱਲ ਕੋਹਿਨੂਰ ਦੀ ਕਰ ਰਹੇ ਸੀ ਤਾਂ ਸਾਡਾ ਸਵਾਲ ਫਿਰ ਤੋਂ ਸਵਾਲ ਦੁਹਰਾਉਣੇ ਕਿ ਕੋਹਿਨੂਰ ਭਾਰਤ ਕੋਲ ਵਾਪਸ ਆਏਗਾ ਜਾਂ ਫਿਰ ਅੰਗਰੇਜ਼ਾਂ ਦੇ ਕੋਲ ਹੀ ਰਹੇਗਾ? ਦੂਜਾ ਸਵਾਲ, ਕਿ ਕੋਹਿਨੂਰ ਹੀਰਾ ਭਾਰਤ ਨੂੰ ਮਿਲਣਾ ਚਾਹੀਦਾ ਹੈ ਜਾਂ ਨਹੀਂ? ਤੀਸਰਾ ਸਵਾਲ, ਜੇਕਰ ਕੋਹਿਨੂਰ ਭਾਰਤ ਨੂੰ ਮਿਲਦਾ ਹੈ ਕਿਉਂਕਿ ਸਿੱਖ ਰਾਜ ਦੀ ਵਿਰਾਸਤ ਹੈ ਤਾਂ ਉਸ ਤੇ ਕਬਜ਼ਾ ਕਿਸ ਦਾ ਹੋਣਾ ਚਾਹੀਦਾ ਹੈ, ਭਾਰਤ ਸਰਕਾਰ ਦਾ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦਾ? ਕਿਸ ਦਾ ਕਬਜ਼ਾ ਹੋਣਾ ਚਾਹੀਦਾ ਹੈ? ਹੁਣ ਸਵਾਲ 3 ਨੇ, ਇਹਨਾਂ ਦੇ ਜਵਾਬ ਅਸੀਂ ਤੁਹਾਡੇ ਕੋਲ ਹਾਲ ਹੋਇਆ। ਸਾਡੇ ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ, ਗੱਲਬਾਤ ਕਰਾਂਗੇ। ਹੈਲੋ, ਹਾਂਜੀ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਸਰ, ਬਾਜਵਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੋਹਿਨੂਰ ਦੀ ਕਹਾਣੀ ਤੇ ਉਸ ਗੱਲ ਕਰ? ਹਾਂਜੀ, ਉਹ ਇੱਕ ਸਦੀ ਪਹਿਲਾਂ ਦਾ ਸਰ। ਹਾਂਜੀ, ਉਸੇ ਅਸੀਂ ਗਲਤੀ ਐਡਮਿਟ ਕਰਦੇ ਹਾਂ, ਮੈਂ ਉਸ ਨੂੰ ਠੀਕ ਕਰਵਾ ਦਿੱਤਾ। ਹੈ ਵੀ ਜਿਹੜਾ ਇਹ ਹੀਰਾ ਹੈ, ਹਾਂਜੀ, ਇਹਦੀ ਜਿਹੜਾ ਥੋੜਾ ਜਿਹੀ ਇਹਦੀ ਹਿਸਟਰੀ ਹੈ, ਇਹਦਾ ਬਹੁਤ ਸਾਰੇ ਸਕਾਲਰ ਇਹਦੀ ਓਰੀਜਨ ਜਿਹੜਾ ਹੈ ਉਹ ਗੋਲਕੁੰਡਾ ਦੀ ਕੋਲੂਰ ਖਾਨ ਹੈ ਜਿਹੜੀ ਕ੍ਰਿਸ਼ਨਾ ਰਿਵਰ ਤੇ, ਇਹ ਉਸ ਮਾਈਨ ਦੀ ਇਹ ਉਪਜ ਹੈ ਇਹ ਹੀਰਾ। ਇਹਦੇ ਰੈਕਰਡ ਹਿਸਟਰੀ 'ਚ ਬਹੁਤ ਲਿਮਟਿਡ ਹੈ, ਪਰ ਮੈਜੋਰਟੀ ਜਿਹੜੇ ਸਕਾਲਰ ਦੁਨੀਆ ਦੇ ਜਿਨ੍ਹਾਂ ਨੇ ਰਿਸਰਚ ਤੇ ਕੀਤੀ ਹੈ ਉਹ ਗੋਲਕੁੰਡਾ ਆਂਧਰਾ ਪ੍ਰਦੇਸ਼ ਹੀ ਮੰਨਦੇ ਆ। ਉਸ ਤੋਂ ਬਾਅਦ ਫਿਰ ਉਹ ਜਦੋਂ ਮੁਗਲ ਇਨਵੇਡਰਸ ਆ ਗਏ ਇੰਡੀਆ 'ਚ, ਉਹਨਾਂ ਦੇ ਰਾਜ 'ਚ ਇਹ ਉਹਨਾਂ ਕੋਲ ਚਲਾ ਗਿਆ ਤੇ 1739 'ਚ ਇਹਨੂੰ ਨਾਦਰ ਸ਼ਾਹ ਨੇ ਉਹ ਦਿੱਲੀ ਤੇ ਅਟੈਕ ਕੀਤਾ ਤੇ ਉਹ ਇਹਨੂੰ ਆਪਣੇ ਨਾਲ ਈਰਾਨ ਲੈ ਗਿਆ। ਔਰ ਉਸ ਤੋਂ ਬਾਅਦ 'ਚ ਇਹ ਮਹਾਰਾਜਾ ਰਣਜੀਤ ਸਿੰਘ ਦੇ ਕੰਟਰੋਲ 'ਚ ਵੀ ਆਇਆ ਤੇ ਫਿਰ ਉਹ 1849 'ਚ ਜਦੋਂ ਉਹ ਸਿੱਖ ਰਾਜ ਉਹ ਹਾਰ ਹੋ ਗਈ ਸਿੱਖ ਐਂਗਲੋ ਵਾਰ 'ਚ, ਤੇ 1849 'ਚ ਉਹਨਾਂ ਨੇ ਇੰਗਲੈਂਡ ਵਾਲਿਆਂ ਨੇ ਉਹ ਦਲੀਪ ਸਿੰਘ ਕੋਲੋਂ ਇਹ ਲੈ ਲਿਆ। ਹੁਣ ਅੱਜ ਦੀ ਗੱਲ ਹੈ ਬਈ ਡਿਮਾਂਡ ਨਿਊਯਾਰਕ ਦੇ ਮੇਅਰ ਨੇ ਕੀਤੀ ਹੈ, ਇਹ ਬੜੀ ਅੱਛੀ ਗੱਲ ਹੈ, ਪਰ ਇਹ ਬੈਟਰ ਹੁੰਦਾ ਵੀ ਜੇ ਡਿਮਾਂਡ ਜਿਹੜੀ ਹੈ ਉਹ ਆਪਣੇ ਇੰਡੀਅਨ ਲੀਡਰ ਵੀ ਇੱਥੇ ਆਉਂਦੇ ਆ ਬੜੇ ਟਾਪ ਦੇ, ਇਹ ਉਹਨੂੰ ਕਰ। ਹੁਣ ਅੱਗੋਂ ਫਿਰ ਇਹ ਆਏਗਾ ਬਈ ਜਿੱਥੇ ਹੁਣ ਇੰਗਲੈਂਡ 'ਚ ਹੈ, ਅਗਰ ਇਹ ਇੰਡੀਆ 'ਚ ਜਾਂਦਾ ਹੈ ਤੇ ਇਹ ਕਿਹਦੀ ਵਿਰਾਸਤ ਹੈ? ਇਹ ਗਵਰਨਮੈਂਟ ਆਫ ਇੰਡੀਆ ਕੋਲ ਜਾਣਾ ਚਾਹੀਦਾ ਹੈ ਜਾਂ ਇਹ ਆਂਧਰਾ ਪ੍ਰਦੇਸ਼ ਜਾਣਾ ਚਾਹੀਦਾ ਜਿਹੜੇ ਇਹਦੇ ਓਰੀਜਨਲ ਓਨਰ ਹੈ, ਜਿਹੜੇ ਅਸਲੀ ਵਾਰਿਸ ਨੇ? ਬਿਲਕੁਲ ਹਾਂਜੀ। ਬਾਕੀ ਇਹ ਲਾਸਟ ਗੱਲ ਇਹ ਹੈ ਬਈ ਇਹ ਜਿੱਥੇ ਵੀ ਰਵੇ ਇਹ ਸਿਕਿਉਰ ਰਹਿਣਾ
ਚਾਹੀਦਾ ਹੈ, ਕਿਉਂਕਿ ਇਹ ਕੋਈ ਕਿਸੇ ਹੋਰ ਆਰਟੀਫੀਸ਼ੀਅਲ ਚੀਜ਼ ਨਾਲ ਰਿਪਲੇਸ ਕਰਕੇ ਰੱਖ ਦਿੱਤਾ ਜਾਏ ਤਾਂ ਉਹਦੀ ਹਿਫਾਜ਼ਤ ਕਰਨੀ ਬਹੁਤ ਜ਼ਰੂਰੀ ਹੈ। ਪਰ ਇਹਦਾ ਓਰੀਜਨ ਜ਼ਰੂਰ ਇੰਡੀਆ 'ਚ ਹੈ, ਇਹ ਮਤਲਬ ਉੱਥੇ ਹੀ ਜਾਣਾ ਚਾਹੀਦਾ, ਵੈਦਰ ਇਹ ਦਿੱਲੀ ਜਾਣਾ ਚਾਹੀਦਾ ਜਾਂ ਆਂਧਰਾ ਪ੍ਰਦੇਸ਼ ਜਾਣਾ ਚਾਹੀਦਾ। ਸੋ ਇਟਸ ਏ ਪਾਰਟ ਆਫ ਇੰਡੀਆ। ਅਗਰ ਇਹ ਆਂਧਰਾ ਪ੍ਰਦੇਸ਼ ਵਿੱਚ ਚਲਾ ਜਾਵੇ ਜਿਨ੍ਹਾਂ ਤੋਂ ਓਰੀਜਨਲੀ ਹੈ ਤੇ ਉੱਥੇ ਵਿਰਾਸਤ ਨੂੰ ਲੋਕ ਵੇਖਣ ਜਾ ਸਕਦੇ ਹੈ। ਉਹ ਦਿੱਲੀ ਵੀ ਲੋਕਾਂ ਨੇ ਵੇਖਣ ਜਾਣਾ ਹੈ, ਉਹਨੂੰ ਬੈਟਰ ਇਹ ਹੈ ਕਿ ਆਂਧਰਾ ਪ੍ਰਦੇਸ਼ ਚਲ ਜਾਵੇ। ਮੈਂ ਤਾਂ ਇੰਨਾ ਕੁ ਕਹਿਣਾ ਜੀ ਜੀ। ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਕੱਢਿਆ ਪ੍ਰੋਗਰਾਮ ਦੇ ਲਈ। ਬਹੁਤ ਵਧੀਆ ਤੁਸੀਂ ਗੱਲਬਾਤ ਰੱਖਦੇ ਹੋ ਆਪਣੇ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਤੁਹਾਡਾ ਅੱਜ ਦੇ ਲਈ। ਤਾਂ ਦਰਸ਼ਕ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਜੋ ਹੁਣੇ ਰੀਸੈਂਟ ਕਾਲਰ ਸਾਡੇ ਨਾਲ ਜੁੜੇ ਸੀ, ਉਹਨਾਂ ਦੇ ਕਹਿਣਾ ਦੱਸਿਆ ਉਹਨਾਂ ਨੇ ਕਿ ਕਿਵੇਂ ਇਸ ਕੋਹਿਨੂਰ ਦੀ ਕਹਾਣੀ ਸ਼ੁਰੂ ਹੋਈ ਹੈ, ਕਿੱਥੋਂ ਕਿਵੇਂ ਇਹ ਕੋਹਿਨੂਰ ਗਿਆ ਹੈ ਔਰ ਕਿਸ ਦੇ ਕੋਲ ਵਾਪਸ ਹੋਣਾ ਚਾਹੀਦਾ ਹੈ। ਤਾਂ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਹੈ ਜਿਹੜੀ ਉਹ ਰੱਖ ਸਕਦੇ ਹੋ, ਤੁਸੀਂ ਵੀ ਦੱਸ ਸਕਦੇ ਹੋ, ਤੁਸੀਂ ਵੀ ਸਵਾਲ ਖੜਾ ਕਰ ਸਕਦੇ ਹੋ ਕਿ ਆਖਿਰਕਾਰ ਕੋਹਿਨੂਰ ਕਿਸਦਾ ਹੈ ਔਰ ਕਿਸ ਦੇ ਕੋਲ ਇਹ ਕੋਹਿਨੂਰ ਹੈ ਜਿਹੜਾ ਉਹ ਜਾਣਾ ਚਾਹੀਦਾ ਹੈ। ਇਸ ਦੀ ਕਹਾਣੀ ਬਹੁਤ ਪੁਰਾਣੀ ਹੈ, ਸਦੀਆਂ ਪੁਰਾਣੀ ਕਹਾਣੀ ਹੈ। ਕੋਹਿਨੂਰ ਕਿਸ ਦੀ ਵਿਰਾਸਤ ਹੈ ਔਰ ਕਿਸ ਦੇ ਕੋਲ ਕੋਹਿਨੂਰ ਜਾਣਾ ਚਾਹੀਦਾ ਹੈ। ਇਹ ਦਿੱਲੀ ਦੇ ਵਿੱਚ ਰਹਿਣਾ ਚਾਹੀਦਾ ਹੈ, ਆਂਧਰਾ ਪ੍ਰਦੇਸ਼ ਜਾਂ ਫਿਰ ਪੰਜਾਬ ਹੋਣਾ ਚਾਹੀਦਾ ਹੈ। ਇਸ ਦੀ ਮਹਾਨਤਾ ਕੀ ਹੈ? ਇੰਨਾ ਕੁ ਜ਼ਿਆਦਾ ਇਸ ਦਾ ਭਾਅ ਹੈ ਕਿ ਇਸ ਨੂੰ ਵੇਚ ਕੇ 2 ਦਿਨਾਂ ਤੱਕ ਸਾਰੀ ਦੁਨੀਆ ਦੇ ਲੋਕਾਂ ਨੂੰ ਖਾਣਾ ਖਵਾਇਆ ਜਾ ਸਕਦਾ ਹੈ। ਇਹ ਇੰਨਾ ਮਹਿੰਗਾ ਹੈ। ਕਿਸੇ ਵੇਲੇ ਇਹ ਤਖਤੇ ਤਾਊਸ ਦੇ ਵਿੱਚ ਲੱਗਿਆ ਹੁੰਦਾ ਸੀ, ਫਿਰ ਇਹ ਪੱਗ ਦੇ ਵਿੱਚ ਚਲਾ ਗਿਆ, ਪੱਗ ਤੋਂ ਇਹ ਕਿਸੇ ਦੂਸਰੇ ਵਿਅਕਤੀ ਨੇ ਇਸ ਨੂੰ ਚੋਰੀ ਕਰ ਲਿਆ, ਫਿਰ ਵਾਪਸ ਲਿਆਂਦਾ ਗਿਆ ਅਤੇ ਫਿਰ ਮਹਾਰਾਜਾ ਦਲੀਪ ਸਿੰਘ ਤੋਂ ਜ਼ਬਰਦਸਤੀ ਇਸ ਹੀਰੇ ਨੂੰ ਮਹਾਰਾਣੀ ਵਿਕਟੋਰੀਆ ਨੇ ਲੈ ਲਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਬ੍ਰਿਟੇਨ ਦੇ ਕੋਲ ਹੀ ਪਿਆ ਹੈ। ਔਰ ਕੀ ਇਹ ਵਾਪਸ ਕਦੇ ਸਾਡੀ ਵਿਰਾਸਤ ਸਾਡੇ ਕੋਲ ਆਵੇਗੀ ਜਾਂ ਫਿਰ ਸਾਡੀ ਵਿਰਾਸਤ ਸਾਡੇ ਕੋਲ ਨਹੀਂ ਆਵੇਗੀ? ਇਹ ਬ੍ਰਿਟੇਨ ਦੇ ਕੋਲ ਹੀ ਰਹੇਗੀ। ਆਖਿਰਕਾਰ ਬ੍ਰਿਟੇਨ ਇਸ ਨੂੰ ਵਾਪਸ ਕਿਉਂ ਨਹੀਂ ਕਰ ਰਿਹਾ? ਕਿ ਬ੍ਰਿਟੇਨ ਦੀ ਇਹ ਆਦਤ ਹੈ ਕਿ ਜੋ ਚੀਜ਼ ਤੁਸੀਂ ਦੱਬ ਲਈ, ਛੋਟੇ ਬੱਚੇ ਨੂੰ ਡਰਾ ਧਮਕਾ ਕੇ ਖੋ ਕੇ ਦੱਬ ਲਈ, ਉਸ ਤੇ ਤੁਹਾਡਾ ਹੱਕ ਤੇ ਹੈ ਨਹੀਂ, ਉਸ ਨੂੰ ਵਾਪਸ ਨਹੀਂ ਕਰਨਾ ਚਾਹੁੰਦੇ, ਲਾਲਚ ਹੈ ਮਨ ਦੇ ਵਿੱਚ, ਜਾਂ ਫਿਰ ਵਾਕਿਆ ਹੀ ਇਹ ਗਿਫਟ ਸੀ ਮਹਾਰਾਜਾ ਦਲੀਪ ਸਿੰਘ ਹੋਣਾ ਦੇ ਵੱਲੋਂ ਕੁਈਨ ਵਿਕਟੋਰੀਆ। ਇਹ ਦੋਹੇ ਹੀ ਕਹਾਣੀਆਂ ਨੇ, ਪਰ ਜ਼ਿਆਦਾਤਰ ਇਹੀ ਕਿਹਾ ਗਿਆ ਹੈ ਕਿ ਡਰਾ ਧਮਕਾ ਕੇ ਮਹਾਰਾਜਾ ਦਲੀਪ ਸਿੰਘ ਤੋਂ ਲਿਆ ਗਿਆ ਸੀ। ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਦੀ ਕਹਾਣੀ ਹੈ ਜਿਹੜੀ ਬਹੁਤ ਲੰਬੀ ਹੈ। ਹੁਣ ਕਈ ਰੈਫਰੈਂਸਸ ਤੇ ਅਸੀਂ ਗੱਲ ਕਰਦੇ ਹਾਂ, ਕਈ ਲੇਖਕਾਂ ਨੇ ਰੈਫਰੈਂਸਸ ਦਿੱਤੇ ਨੇ ਜਿਨ੍ਹਾਂ ਦੀਆਂ ਕਿਤਾਬਾਂ ਦੇ ਅਸੀਂ ਰੈਫਰੈਂਸ ਦਾ ਜ਼ਿਕਰ ਕਰਾਂਗੇ। ਕੋਹਿਨੂਰ ਦਾ ਸਟੋਰੀ ਆਫ ਵਰਲਡ ਮੋਸਟ ਇਨਫੇਮਸ ਡਾਇਮੰਡ ਕਿਤਾਬ ਦੇ ਲੇਖਕ ਵਿਲੀਅਮ ਡਾਲਰੇਪਰ ਕਹਿੰਦੇ ਨੇ ਕਿ ਕੋਹਿਨੂਰ ਦਾ ਪਹਿਲਾ ਅਧਿਕਾਰਤ ਜ਼ਿਕਰ ਹੈ ਜਿਹੜਾ 1750 ਵਿੱਚ ਫਾਰਸੀ ਇਤਿਹਾਸਕਾਰ ਮੁਹੰਮਦ ਮਾਰਵੀ ਦੇ ਵੱਲੋਂ ਨਾਦਰ ਸ਼ਾਹ ਦੇ ਭਗਤ ਸੰਬੰਧੀ ਵਰਣਨ ਦੇ ਵਿੱਚ ਮਿਲਿਆ। ਉਸਨੇ ਨਾਦਰ ਸ਼ਾਹ ਦੇ ਸੰਬੰਧੀ ਇੱਕ ਕਿਤਾਬ ਲਿਖੀ, ਉਸ ਦੇ ਵਿੱਚ ਇਸ ਦਾ ਰੈਫਰੈਂਸ ਮਿਲਿਆ ਹੈ। ਮਾਰਵੀ ਨੇ ਲਿਖਿਆ ਕਿ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਕੋਹਿਨੂਰ ਵੇਖਿਆ ਸੀ। ਉਸ ਸਮੇਂ ਤਖਤੇ ਤਾਊਸ ਦੇ ਉੱਪਰਲੇ ਹਿੱਸੇ ਦੇ ਵਿੱਚ ਜੁੜਿਆ ਹੋਇਆ ਸੀ, ਜਿਸ ਨੂੰ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਈਰਾਨ ਲੈ ਗਿਆ। ਇਹ ਭਾਰਤ ਦੀ ਹੀ ਵਿਰਾਸਤ ਹੈ ਜਿਸ ਨੂੰ ਦਿੱਲੀ ਤੋਂ ਲੁੱਟ ਕੇ ਈਰਾਨ ਲਿਜਾਇਆ ਗਿਆ। ਕੋਹਿਨੂਰ ਮੁਰਗੀ ਦੇ ਛੋਟੇ ਅੰਡੇ ਦੇ ਬਰਾਬਰ ਸੀ। ਇਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੂੰ ਵੇਚ ਕੇ ਦੁਨੀਆ ਦੇ ਲੋਕਾਂ ਨੂੰ 2.5 ਦਿਨ ਤੱਕ ਦਾ ਖਾਣਾ ਖਵਾਇਆ ਜਾ ਸਕਦਾ ਹੈ। ਤਖਤੇ ਤਾਊਸ ਨੂੰ ਬਣਾਉਣ ਦੇ ਵਿੱਚ ਤਾਜ ਮਹਿਲ ਤੋਂ ਵੀ ਦੁੱਗਣਾ ਪੈਸਾ ਲਾਇਆ ਗਿਆ, ਫਿਰ ਉਸ ਦੇ ਵਿੱਚ ਕੋਹਿਨੂਰ ਚੜਵਾਇਆ ਗਿਆ। ਬਾਅਦ ਵਿੱਚ ਇਸ ਕੋਹਿਨੂਰ ਨੂੰ ਇੱਥੋਂ ਕੱਢ ਲਿਆ ਗਿਆ ਤੇ ਤਾਂ ਜੋ ਨਾਦਰ ਸ਼ਾਹ ਇਸ ਨੂੰ ਆਪਣੀ ਬਾਂਹ ਦੇ ਵਿੱਚ ਬੰਨ ਸਕੇ। ਨਾਦਰ ਸ਼ਾਹ ਨੇ ਕਰਨਾਲ ਦੇ ਨੇੜੇ 1.5 ਲੱਖ ਫੌਜੀਆਂ ਦੀ ਬਦੌਲਤ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਲੋਕਾਂ ਦੀ ਫੌਜ ਨੂੰ ਹਰਾਇਆ ਸੀ। ਦਿੱਲੀ ਪਹੁੰਚਦੇ ਨਾਦਰ ਸ਼ਾਹ ਨੇ ਅਜਿਹਾ ਕਤਲੇਆਮ ਕਰਵਾਇਆ ਜਿਸ ਦੀ ਮਿਸਾਲ ਹੈ ਜਿਹੜੀ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦੀ ਹੈ। ਨਾਦਰ ਸ਼ਾਹ ਨੇ ਫੌਜੀਆਂ ਦਾ ਭਾਅ ਤੈਅ ਕਰਨਾ ਚਾਹਿਆ ਤਾਂ ਉਹਨਾਂ ਤੇ ਦੁਕਾਨਦਾਰਾਂ ਦਰਮਿਆਨ ਝੜਪ ਹੋ ਗਈ। ਲੋਕਾਂ ਨੇ ਫੌਜੀਆਂ ਤੇ ਹਮਲਾ ਕਰ ਦਿੱਤਾ। 900 ਫਾਰਸੀ ਫੌਜੀ ਮਾਰੇ ਗਏ। ਨਾਦਰ ਸ਼ਾਹ ਨੇ ਦਿੱਲੀ ਦੀ ਆਬਾਦੀ ਦੇ ਕਤਲੇਆਮ ਦਾ ਹੁਕਮ ਦਿੱਤਾ। ਕਤਲੇਆਮ ਸਵੇਰੇ 9 ਵਜੇ ਸ਼ੁਰੂ ਹੋਇਆ। ਸਭ ਤੋਂ ਜ਼ਿਆਦਾ ਲੋਕਾਂ ਦੇ ਨਾਲ ਕਿਲਾ, ਜਾਮਾ ਮਸਜਿਦ, ਗਰੀਬ ਤੇ ਚਾਂਦਨੀ ਚੌਕ ਦੇ ਇਲਾਕਿਆਂ ਦੇ ਵਿੱਚ ਲੋਕ ਮਾਰੇ ਗਏ। ਕੁੱਲ ਮਿਲਾ ਕੇ 3000 ਲੋਕਾਂ ਦਾ ਤਦ ਕਤਲ ਹੋਇਆ ਸੀ। ਹੁਣ ਇੱਕ ਹੋਰ ਲੇਖਕ ਨੇ ਜਿਹੜੇ ਇਤਿਹਾਸਕਾਰ ਨੇ ਵਿਲੀਅਮ ਫਲੋਰ, ਆਪਣੀ ਕਿਤਾਬ ਨਿਊ ਫੈਕਟਸ ਆਫ ਨਾਦਰ ਸ਼ਾਹ ਇੰਡੀਆ ਕੈਂਪੇਨ ਦੇ ਵਿੱਚ ਲਿਖਦੇ ਨੇ ਕਿ ਮੁਹੰਮਦ ਸ਼ਾਹ ਨੇ ਸੈਨਾਪਤੀ ਨਿਜ਼ਾਮੁਲ ਮੁਲਕ ਬਿਨਾਂ ਪੱਗ ਦੇ ਨਾਦਰ ਸ਼ਾਹ ਦੇ ਸਾਹਮਣੇ ਆਏ। ਉਹਨਾਂ ਨੇ ਦੋਵੇਂ ਹੱਥ ਪਿਛਲੇ ਪਾਸੇ
ਉਹਨਾਂ ਦੀ ਪੱਗ ਨਾਲ ਬੰਨੇ ਹੋਏ ਸੀ। ਉਹਨਾਂ ਨੇ ਨਾਦਰ ਸ਼ਾਹ ਸਾਹਮਣੇ ਗੋਡਿਆਂ ਭਾਰ ਬੈਠ ਕੇ ਆਖਿਆ ਕਿ ਦਿੱਲੀ ਦੇ ਲੋਕਾਂ ਤੋਂ ਬਦਲਾ ਲੈਣ ਦੀ ਬਜਾਏ ਉਹਨਾਂ ਤੋਂ ਆਪਣਾ ਬਦਲਾ ਲੈਣ। ਨਾਦਰ ਸ਼ਾਹ ਨੇ ਇਸ ਸ਼ਰਤ ਤੇ ਕਤਲੇਆਮ ਰੁਕਾਇਆ ਕਿ ਉਹ ਦਿੱਲੀ ਛੱਡਣ ਤੋਂ ਪਹਿਲਾਂ ਉਸਨੂੰ 1000 ਕਰੋੜ ਰੁਪਇਆ ਦੇਣਗੇ। ਅਗਲੇ ਕੁਝ ਦਿਨਾਂ ਤੱਕ ਨਿਜ਼ਾਮੁਲ ਮੁਲਕ ਨੇ ਆਪਣੀ ਹੀ ਰਾਜਧਾਨੀ ਨੂੰ ਲੁੱਟ ਕੇ ਧਨ ਚੁਕਾਇਆ ਸੀ। ਹੁਣ ਇਕਬਾਲ ਦੇ ਵਿੱਚ 348 ਸਾਲਾਂ ਤੋਂ ਮੁਗਲਾਂ ਦੀ ਜਮਾ ਹੋਈ ਦੌਲਤ ਦਾ ਮਾਲਕ ਕੋਈ ਹੋਰ ਬਣ ਗਿਆ ਸੀ। ਵਿਲੀਅਮ ਡਾਲਰੈਂਪਲ ਤੇ ਨੀਤਾ ਆਨੰਦ ਨੇ ਕੋਹਿਨੂਰ ਦੇ ਇਤਿਹਾਸ ਨੂੰ ਖੰਗਾਲਣ ਦੇ ਵਿੱਚ ਬਹੁਤ ਮਦਦ ਕੀਤੀ। ਅਜਿਹੇ ਲੇਖਕ ਨੇ ਜਿਨ੍ਹਾਂ ਨੇ ਕੋਹਿਨੂਰ ਦਾ ਇਤਿਹਾਸ ਖੰਗਾਲਿਆ, ਲਿਖਿਆ। ਡਾਲਰੈਂਪਲ ਕਹਿੰਦੇ ਨੇ ਕਿ ਉਹਨਾਂ ਨੇ ਮੁਗਲ ਰਤਨਾਂ ਦੇ ਮਾਹਰਾਂ ਨਾਲ ਗੱਲ ਕਰਕੇ ਆਪਣੀ ਖੋਜ ਦੀ ਸ਼ੁਰੂਆਤ ਕੀਤੀ। ਉਹਨਾਂ ਵਿੱਚੋਂ ਬਹੁਤਿਆਂ ਦੀ ਰਾਏ ਸੀ ਕਿ ਕੋਹਿਨੂਰ ਦੇ ਇਤਿਹਾਸ ਬਾਰੇ ਜੋ ਆਮ ਗੱਲਾਂ ਪ੍ਰਚਲਿਤ ਨੇ ਉਹ ਸਹੀ ਨਹੀਂ ਹਨ। ਨਾਦਰ ਸ਼ਾਹ ਦੇ ਕੋਲ ਜਾਣ ਤੋਂ ਬਾਅਦ ਵੀ ਕੋਹਿਨੂਰ ਤੇ ਪਹਿਲੀ ਵਾਰ ਲੋਕਾਂ ਦਾ ਧਿਆਨ ਖਿੱਚਿਆ ਸੀ। ਇਹਨਾਂ ਤੇ ਕੋਈ ਅਥੈਂਟੀਕੇਸ਼ਨ ਨਹੀਂ ਹੈ ਇਹਨਾਂ ਗੱਲਾਂ ਤੇ, ਪਰ ਇਤਿਹਾਸਕ ਗੱਲਾਂ ਨੇ, ਇਹ ਲਿਖੀਆਂ ਗਈਆਂ ਨੇ। ਕੋਹਿਨੂਰ ਹੈ ਜਿਹੜਾ ਨਾਦਰ ਸ਼ਾਹ ਦੇ ਹੱਥ ਵਿੱਚ ਆਇਆ। ਜਦੋਂ ਉਸਨੇ ਪਹਿਲੀ ਵਾਰ ਕੋਹਿਨੂਰ ਨੂੰ ਵੇਖਿਆ ਤਾਂ ਵੇਖਦਿਆਂ ਹੀ ਰਹਿ ਗਿਆ। ਉਸਦਾ ਨਾਮ ਕੋਹਿਨੂਰ ਜਾਨੀ ਰੋਸ਼ਨੀ ਦਾ ਪਹਾੜ ਰੱਖ ਦਿੱਤਾ। ਇਹ ਕਹਾਣੀ ਬੜੀ ਦਿਲਚਸਪ ਹੈ। 16 ਮਈ 1739 ਨੂੰ ਨਾਦਰ ਸ਼ਾਹ ਨੇ ਆਪਣੇ ਦੇਸ਼ ਦਾ ਰੁਖ ਕੀਤਾ। ਆਪਣੇ ਨਾਲ ਉਹ ਪੀੜ੍ਹੀਆਂ ਤੋਂ ਇਕੱਠੀ ਕੀਤੀ ਗਈ ਮੁਗਲਾਂ ਦੀ ਸਾਰੀ ਦੌਲਤ ਲੈ ਗਿਆ। ਉਸ ਦੀ ਸਭ ਤੋਂ ਵੱਡੀ ਲੁੱਟ ਸੀ ਤਖਤ ਤੇ ਤਾਊਸ, ਜਿਸ ਵਿੱਚ ਕੋਹਿਨੂਰ ਤੇ ਤੈਮੂਰ ਦੀ ਰੂਬੀ ਜੜੀ ਹੋਈ ਸੀ। ਸਾਰਾ ਖਜ਼ਾਨਾ ਲੁੱਟ ਕੇ ਲੈ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਕੋਹਿਨੂਰ ਨੂੰ ਦੀਵਾਲੀ, ਦੁਸਹਿਰੇ ਤੇ ਵੱਡੇ ਤਿਉਹਾਰਾਂ ਦੇ ਮੌਕੇ ਆਪਣੀ ਬਾਂਹ ਤੇ ਬੰਨ ਕੇ ਨਿਕਲਦੇ ਸਨ। ਜਦੋਂ ਕੋਈ ਵੀ ਬਰਤਾਨਵੀ ਅਫਸਰ ਉਹਨਾਂ ਦੇ ਦਰਬਾਰ ਆਉਂਦਾ ਸੀ ਤਾਂ ਉਸਨੂੰ ਇਹ ਹੀਰਾ ਖਾਸ ਤੌਰ ਤੇ ਵਿਖਾਇਆ ਜਾਂਦਾ ਸੀ। 1813 ਦੇ ਵਿੱਚ ਕੋਹਿਨੂਰ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚਿਆ, ਇਸ ਦੀ ਕਹਾਣੀ ਕਿਵੇਂ ਸ਼ੁਰੂ ਹੋਈ, ਫਿਰ ਮਹਾਰਾਜਾ ਦਲੀਪ ਸਿੰਘ ਦੇ ਕੋਲ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਤੋਂ ਕਿਵੇਂ ਇਹ ਕੁਈਨ ਵਿਕਟੋਰੀਆ ਦੇ ਕੋਲ ਗਿਆ। ਇਸ ਦੀ ਕਹਾਣੀ ਹੈ ਜਿਹੜੀ ਬਹੁਤ ਲੰਮੀ ਅਤੇ ਬਹੁਤ ਹੀ ਦਿਲਚਸਪ ਹੈ। ਹੁਣ ਸਵਾਲ ਇਹ ਹੈ ਕਿ ਭਾਰਤ ਨੂੰ ਕੋਹਿਨੂਰ ਮਿਲਣਾ ਚਾਹੀਦਾ ਹੈ ਜਾਂ ਫਿਰ ਇਹ ਜਿਨ੍ਹਾਂ ਦੀ ਵਿਰਾਸਤ ਹੈ ਸਿੱਖਾਂ ਦੀ ਉਹਨਾਂ ਨੂੰ ਮਿਲੇ, ਜਾਂ ਫਿਰ ਕਿਉਂਕਿ ਸਾਡੇ ਸ਼ੇਰੇ ਪੰਜਾਬ ਦੇ ਕੋਲੋਂ ਇਹ ਜਿਹੜਾ ਹੈ ਕੋਹਿਨੂਰ ਗਿਆ ਹੈ, ਜਾਂ ਫਿਰ ਬ੍ਰਿਟੇਨ ਦੇ ਕੋਲ ਹੀ ਰਹੇ, ਜਾਂ ਫਿਰ ਜਿਹੜੇ ਲੋਕ ਇਸ ਤੇ ਹੋਰ ਹੱਕ ਜਤਾਉਂਦੇ ਨੇ ਉਹ ਮੁਗਲ ਨੇ, ਪਾਕਿਸਤਾਨ ਨੇ ਵੀ ਇਸ ਤੇ ਹੱਕ ਜਤਾਇਆ ਹੈ, ਜਾਂ ਫਿਰ ਇਹ ਹੀਰਾ ਪਾਕਿਸਤਾਨ ਦੇ ਕੋਲ ਜਾਵੇ। ਤੁਹਾਡੀ ਰਾਏ ਇਸ ਤੇ ਕੀ ਹੈ? ਪੰਜਵਾਂ ਸਵਾਲ ਹੈ ਕਿ ਵਾਕਿਆ ਹੀ ਬ੍ਰਿਟੇਨ ਦਾ ਰਾਜ ਘਰਾਣਾ ਇਸ ਨੂੰ ਕਦੇ ਵਾਪਸ ਕਰੇਗਾ ਜਾਂ ਫਿਰ ਕਬਜ਼ਾ ਕਰਕੇ ਹੀ ਬੈਠਾ ਰਹੇਗਾ। ਛੇਵਾਂ, ਕੀ ਕੋਈ ਅਜਿਹਾ ਪ੍ਰੈਸ਼ਰ ਹੈ ਜਿਸ ਦੇ ਤਹਿਤ ਉਹ ਪ੍ਰੈਸ਼ਰ ਪਾਇਆ ਜਾਵੇ ਬ੍ਰਿਟੇਨ ਦੇ ਰਾਜ ਘਰਾਣੇ ਤੇ ਅਤੇ ਕੋਹਿਨੂਰ ਭਾਰਤ ਨੂੰ ਵਾਪਸ ਮਿਲ ਜਾਏ। ਪੰਜਾਬ ਦੀ ਵਿਰਾਸਤ, ਸਿੱਖ ਰਾਜ ਦੀ ਵਿਰਾਸਤ, ਸਿੱਖ ਰਾਜ ਦੇ ਸਿੱਖਾਂ ਦੇ ਕੋਲ ਹੀ ਆ ਜਾਵੇ। ਕੀ ਅਜਿਹਾ ਕੁਝ ਹੋ ਸਕਦਾ ਹੈ? ਇਹ ਉਹ तमाम ਸਵਾਲ ਨੇ ਜਿਨ੍ਹਾਂ ਤੇ ਅਸੀਂ ਚਰਚਾ ਕਰ ਰਹੇ ਹਾਂ। ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਹਰ ਇੱਕ ਦੀ ਰਾਏ ਬਹੁਤ ਕੀਮਤੀ ਹੁੰਦੀ ਹੈ। ਹਰ ਇੱਕ ਦਾ ਆਪਣਾ ਨਜ਼ਰੀਆ ਹੈ ਪੂਰੀ ਕਹਾਣੀ ਨੂੰ ਵੇਖਣ ਦਾ, ਸੁਣਨ ਦਾ। ਮੁੱਦਾ ਹੈ ਕੋਹਿਨੂਰ ਦਿੱਲੀੋਂ ਕਿੰਨਾ ਦੂਰ, ਸਾਡਾ ਅੱਜ ਦਾ ਪ੍ਰੋਗਰਾਮ ਹੈ। ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਸਕਦੇ ਹੋ। ਸਾਡੇ ਨੰਬਰਸ ਤੁਹਾਡੇ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਸਾਡਾ ਪ੍ਰੋਗਰਾਮ ਇਸ ਵਕਤ ਲਾਈਵ ਹੈ ਜੀ। ਲਾਈਵ ਫੋਨ ਕਾਲ ਦੇ ਜ਼ਰੀਏ ਤੁਸੀਂ ਆਪਣੀ ਰਾਏ ਸਾਂਝੀ ਕਰ ਸਕਦੇ ਹੋ, ਸਵਾਲ ਪੁੱਛ ਸਕਦੇ ਹੋ ਤੇ ਟਿੱਪਣੀ ਵੀ ਕਰ ਸਕਦੇ ਹੋ। ਹੁਣ ਕਈ ਸਵਾਲ ਨੇ, ਮੈਂ ਸਵਾਲ ਫਿਰ ਤੋਂ ਦੁਹਰਾਉਣਾ ਚਾਹੂੰਗੀ ਕਿ ਆਖਿਰਕਾਰ ਕੋਹਿਨੂਰ ਕਿਸਦਾ ਹੈ? ਕੋਹਿਨੂਰ ਤੇ ਕਿਸਦਾ ਹੱਕ ਹੈ? ਕੀ ਇਹ ਕੋਹਿਨੂਰ ਭਾਰਤ ਨੂੰ ਮਿਲਣਾ ਚਾਹੀਦਾ ਹੈ? ਕੀ ਇਹ ਕੋਹਿਨੂਰ ਸਿੱਖ ਰਾਜ ਦੀ ਵਿਰਾਸਤ ਹੋਣ ਦੇ ਚਲਦਿਆਂ ਸਿੱਖਾਂ ਨੂੰ ਮਿਲਣਾ ਚਾਹੀਦਾ ਹੈ? ਕਿ ਇਹ ਕੋਹਿਨੂਰ ਜੇਕਰ ਮਿਲ ਜਾਂਦਾ ਹੈ ਤਾਂ ਦਿੱਲੀ ਹੋਣਾ ਚਾਹੀਦਾ ਹੈ, ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੋਣਾ ਚਾਹੀਦਾ ਹੈ, ਜਾਂ ਆਂਧਰਾ ਪ੍ਰਦੇਸ਼ 'ਚ ਹੋਣਾ ਚਾਹੀਦਾ ਹੈ, ਜਾਂ ਫਿਰ ਪਾਕਿਸਤਾਨ ਹੋਣਾ ਚਾਹੀਦਾ ਹੈ? ਕਿ ਬ੍ਰਿਟੇਨ ਦੇ ਰਾਜਿਆਂ ਦੇ ਕੋਲ ਹੀ ਇਹ ਕੋਹਿਨੂਰ ਹੋਣਾ ਚਾਹੀਦਾ ਹੈ, ਜਾਂ ਇਸ ਦੀ ਵਾਪਸੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ? ਕਦੇ ਕੀ ਕੋਹਿਨੂਰ ਵਾਪਸ ਭਾਰਤ ਨੂੰ ਮਿਲੇਗਾ? ਕਿਉਂਕਿ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਹ ਨਿਸ਼ਾਨੀ ਹੈ। ਉਹਨਾਂ ਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਤੋਂ ਹੀ ਇਹ ਕੋਹਿਨੂਰ ਹੈ ਜਿਹੜਾ ਅੰਗਰੇਜ਼ਾਂ ਦੇ ਕੋਲ ਗਿਆ। ਐਂਗਲੋ ਸਿੱਖ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ, ਜਿਸ ਤੋਂ ਬਾਅਦ ਕੋਹਿਨੂਰ ਉਹਨਾਂ ਦੇ ਹੱਥ ਦੇ ਵਿੱਚ ਚਲਾ ਗਿਆ। ਉਦੋਂ ਮਹਾਰਾਜਾ ਬਹੁਤ ਛੋਟਾ ਹੋਇਆ ਕਰਦਾ ਸੀ ਅਤੇ ਸਿੱਖ ਰਾਜ ਤੇ ਉਹਨਾਂ ਨੇ ਕਬਜ਼ਾ ਕੀਤਾ ਸੀ। ਫਿਰ ਤੋਂ ਕਹਾਣੀ ਸ਼ੁਰੂ ਹੋਈ ਸੀ ਕੋਹਿਨੂਰ ਹੀਰੇ ਦੀ। ਹੁਣ ਸਵਾਲ ਸਿੱਧਾ ਜਿਹਾ ਹੈ, ਇੱਕ 10 ਸਾਲ ਦੇ ਬੱਚੇ ਤੋਂ ਹਸਤਾਖਰ ਕਰਵਾ ਲਏ, ਡਰਾ ਧਮਕਾ ਕੇ। ਉਸ ਬੱਚੇ ਨੂੰ 10 ਸਾਲ ਦੀ ਉਮਰ ਦੇ ਵਿੱਚ ਕੋਈ ਸਮਝ ਹੀ ਨਹੀਂ ਸੀ। 10 ਸਾਲ ਦੇ ਬੱਚੇ ਨੂੰ ਕੀ ਪਤਾ ਹੋਏਗਾ ਕਿ ਕੀ ਹੈ? ਉਸ ਤੋਂ ਬਾਅਦ ਇਹ ਕੋਹਿਨੂਰ ਉਹਨਾਂ ਦੇ ਕੋਲ ਚਲਾ ਗਿਆ। ਸਿੱਖ ਰਾਜ ਦੇ ਈਸਟ ਇੰਡੀਆ ਕੰਪਨੀ ਦਾ ਕਬਜ਼ਾ ਹੋ ਗਿਆ। ਕਿਲੇ ਤੇ
ਜਿਹੜਾ ਹੈ ਸਿੱਖ ਰਾਜ ਦਾ ਝੰਡਾ ਉਤਾਰ ਕੇ ਈਸਟ ਇੰਡੀਆ ਕੰਪਨੀ ਦਾ ਝੰਡਾ ਜਿਹੜਾ ਉਹ ਚਲਾਇਆ ਗਿਆ। ਇਸ ਤਰ੍ਹਾਂ ਸ਼ੁਰੂਆਤ ਹੋਈ ਹੈ ਕੋਹਿਨੂਰ ਦੇ ਅੰਗਰੇਜ਼ਾਂ ਦੇ ਕੋਲ ਚਲੇ ਜਾਂਦੀ, ਬ੍ਰਿਟੇਨ ਦੇ ਰਾਜ ਘਰਾਣੇ ਤੱਕ ਪਹੁੰਚਣ ਦੀ, ਜੋ ਅਜੇ ਤੱਕ ਰਾਜ ਘਰਾਣੇ ਨੇ ਦੱਬਿਆ ਹੋਇਆ ਹੈ, ਜਿਸ ਤੇ ਰਾਜ ਘਰਾਣਾ ਕਬਜ਼ਾ ਕਰਕੇ ਬੈਠਾ ਹੋਇਆ ਹੈ। ਹੁਣ ਕਿ ਵਾਪਸ ਕਦੇ ਮਿਲੇਗਾ ਕੋਹਿਨੂਰ ਭਾਰਤ ਨੂੰ ਜਾਂ ਕਦੇ ਨਹੀਂ ਮਿਲੇਗਾ, ਇਸ ਦੀ ਆਸ ਹੀ ਸਾਨੂੰ ਛੱਡ ਦੇਣੀ ਚਾਹੀਦੀ ਹੈ। ਕੋਹਿਨੂਰ ਜੋ ਸਾਡੀ ਨਿਸ਼ਾਨੀ ਹੈ, ਸਾਡੇ ਪੁਰਖਿਆਂ ਦੀ ਨਿਸ਼ਾਨੀ ਹੈ, ਉਹ ਕੋਈ ਹੋਰ ਕੰਟਰੀ ਤੇ ਰਾਜੇ ਹਲੇ ਤੱਕ ਰੱਖੀ ਬੈਠੇ ਨੇ ਉਸੇ ਕਬਜ਼ਾ ਜਮਾ ਕੇ। ਕਈ ਵਾਰ ਭਾਰਤ ਨੇ ਚਾਰਾਜੋਈਆਂ ਕੀਤੀਆਂ। ਹੁਣ ਜ਼ੋਹਰਾਨ ਮਮਦਾਨੀ ਨੇ ਮੁੱਦਾ ਚੁੱਕਿਆ ਹੈ ਕਿ ਕੋਹਿਨੂਰ ਭਾਰਤ ਦਾ ਹੈ। ਕਿੰਗ ਚਾਰਲਸ III ਜਦੋਂ ਨਿਊਯਾਰਕ ਦੇ ਦੌਰੇ ਤੇ ਆਪਣੀ ਪਤਨੀ ਕੈਮਲਾ ਦੇ ਨਾਲ, ਤਾਂ ਜ਼ੋਹਰਾਨ ਮਮਦਾਨੀ ਨੇ ਆਖਿਆ ਕਿ ਕੋਹਿਨੂਰ ਭਾਰਤ ਦਾ ਹੈ, ਇਸ ਨੂੰ ਭਾਰਤ ਨੂੰ ਵਾਪਸ ਕਰੋ। ਇਸ ਤੇ ਹਾਲਾਂਕਿ ਕੋਈ ਪ੍ਰਤੀਕਿਰਿਆ ਤੇ ਨਹੀਂ ਆਈ ਹੈ ਕਿੰਗ ਚਾਰਲਸ III ਦੇ ਵੱਲੋਂ, ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਵਾਕਿਆ ਹੀ ਜੋ ਆਵਾਜ਼ ਅमेरिका ਤੋਂ ਹੀ ਹੈ ਉਸ ਤੇ ਕੋਈ ਗੌਰ ਫਰਮਾਈ ਜਾਏਗੀ ਜਾਂ ਇਸ ਨੂੰ ਫॉर ਗ੍ਰਾਂਟਡ ਲੈ ਲਿਆ ਜਾਏਗਾ ਕਿ ਕਦੇ ਕੋਹਿਨੂਰ ਭਾਰਤ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ। ਸਭ ਤੋਂ ਪਹਿਲਾਂ ਸਵਾਲ ਤਾਂ ਇਹੀ ਹੈ। ਆਖਰਕਾਰ ਇਹ ਨਿਸ਼ਾਨੀ ਕਿਸ ਦੀ ਹੈ, ਇਹ ਵਿਰਾਸਤ ਕਿਸ ਦੀ ਹੈ, ਕਿਉਂਕਿ ਸੁਣ ਕੇ ਕਈ ਸਾਰੇ ਰੈਫਰੈਂਸ ਨੇ। ਕੋਈ ਕਹਿੰਦਾ ਹੈ ਇਹ ਮੁਗਲਾਂ ਦੀ ਨਿਸ਼ਾਨੀ ਹੈ, ਕੋਈ ਕਹਿੰਦਾ ਹੈ ਜੀ ਅਹਿਮਦ ਸ਼ਾਹ ਦੀ ਹੈ, ਕੋਈ ਕਹਿੰਦਾ ਨਾਦਰ ਸ਼ਾਹ ਦੀ ਹੈ, ਕੋਈ ਕਿਸ ਤਰ੍ਹਾਂ ਦੇ ਨਾਲ ਕਹਿੰਦਾ ਹੈ। ਕਦੇ ਪਾਕਿਸਤਾਨ ਇਸ ਤੇ ਆਪਣਾ ਹੱਕ ਜਤਾਉਂਦਾ ਹੈ, ਕਦੇ ਫਰਾਂਸ ਆਪਣਾ ਹੱਕ ਜਤਾਉਂਦਾ ਹੈ। ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਸੀ, ਸਿੱਖ ਵਿਰਾਸਤ ਦੇ ਨਾਲ ਜੁੜਿਆ ਹੋਇਆ ਇਸ ਦਾ ਇਤਿਹਾਸ ਹੈ। ਆਖਰਕਾਰ ਇਹ ਹੈ ਕਿਸ ਦਾ, ਕਿ ਇਸ ਤੇ ਕਬਜ਼ਾ ਕੀਤਾ ਗਿਆ ਸੀ, ਕਬਜ਼ਾ ਕਰਨ ਦੀ ਕਹਾਣੀ ਕੀ ਸੀ, ਕਿਉਂ ਬ੍ਰਿਟੇਨ ਹੈ ਜਿਹੜਾ ਇਸ ਕੋਹਿਨੂਰ ਨੂੰ ਵਾਪਸ ਨਹੀਂ ਕਰ ਰਿਹਾ ਹੈ। ਇਹ ਸਵਾਲ ਹੈ ਜੋ ਵਾਰ-ਵਾਰ ਰੂਹ ਕੰਢੇ ਖੜੀ ਕਰਦਾ ਹੈ ਕਿ ਸਾਡੀ ਨਿਸ਼ਾਨੀ, ਸਾਡੇ ਪੁਰਖਿਆਂ ਦੀ, ਸਾਡੇ ਰਾਜਿਆਂ ਮਹਾਰਾਜਿਆਂ ਦੀ ਨਿਸ਼ਾਨੀ ਦੂਸਰੇ ਦੇਸ਼ ਦੇ ਰਾਜਿਆਂ ਦੇ ਕੋਲ ਕੀ ਕਰਦੀ ਹੈ। ਕਿ ਸਾਡੀਆਂ ਸਰਕਾਰਾਂ ਇੰਨੀਆਂ ਨਖਿੱਧ ਨੇ, ਇੰਨੀਆਂ ਨਿਕੰਮੀਆਂ ਨੇ ਕਿ ਆਪਣੇ ਜਿਹੜੇ ਰਾਜੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਹੀ ਵਾਪਸ ਬ੍ਰਿਟੇਨ ਤੋਂ ਨਹੀਂ ਮੰਗਵਾ ਸਕੇ। ਕਿ ਕਦੇ ਕੋਈ ਠੋਸ ਜਿਹੜੀ ਹੈ ਅਪੀਲ ਨਹੀਂ ਕੀਤੀ ਗਈ, ਠੋਸ ਕਾਰਵਾਈ ਨਹੀਂ ਕੀਤੀ ਗਈ। ਕਿ ਕੋਈ ਅਜਿਹਾ ਰਸਤਾ ਹੈ ਹੀ ਨਹੀਂ ਹੈ ਕਿ ਕੋਹਿਨੂਰ ਨੂੰ ਭਾਰਤ ਲਿਆਂਦਾ ਜਾ ਸਕੇ, ਜਾਂ ਫਿਰ ਕੋਹਿਨੂਰ ਹੁਣ ਕਦੇ ਭਾਰਤ ਆਵੇਗਾ ਹੀ ਨਹੀਂ, ਉੱਥੇ ਹੀ ਰਹੇਗਾ, ਜਾਂ ਫਿਰ ਸਾਡੀਆਂ ਸਰਕਾਰਾਂ ਸੁਹਿਰਦ ਨਹੀਂ ਹਨ, ਸੀਰੀਅਸ ਨਹੀਂ ਹਨ ਕੋਹਿਨੂਰ ਨੂੰ ਲੈ ਕੇ, ਜਾਂ ਫਿਰ ਸਿਰਫ ਅਸੀਂ ਗੁਲਾਮੀ ਕਰਨਾ ਹੀ ਸਿੱਖ ਗਏ ਹਾਂ, ਸਾਡੀਆਂ ਸਰਕਾਰਾਂ ਵੀ ਗੁਲਾਮੀ ਕਰਨਾ ਹੀ ਸਿੱਖ ਗਈਆਂ ਨੇ। ਇਹ ਕਦੇ ਕੋਹਿਨੂਰ ਨੂੰ ਲਿਆਉਣ ਦੀਆਂ ਚਾਰਾਜੋਈਆਂ ਉਸ ਤਰੀਕੇ ਦੇ ਨਾਲ ਹੋਈਆਂ ਹੀ ਨਹੀਂ ਜਿਵੇਂ ਹੋਣੀਆਂ ਚਾਹੀਦੀਆਂ ਨੇ। ਆਖਰਕਾਰ ਕੋਹਿਨੂਰ ਤੇ ਹੱਕ ਕਿਸਦਾ ਹੈ, ਸਭ ਤੋਂ ਵੱਡਾ ਸਵਾਲ ਹੈ। ਵੱਡਾ ਸਵਾਲ ਕੋਹਿਨੂਰ ਤੇ ਹੱਕ ਕਿਸਦਾ ਹੈ। ਦੂਜਾ ਸਵਾਲ ਕਿ ਕੋਹਿਨੂਰ ਕਦੇ ਭਾਰਤ ਆਵੇਗਾ ਜਾਂ ਨਹੀਂ ਆਏਗਾ। ਤੀਸਰਾ ਸਵਾਲ ਕਿ ਬ੍ਰਿਟੇਨ ਕਦੇ ਕੋਹਿਨੂਰ ਵਾਪਸ ਕਰੇਗਾ ਜਾਂ ਨਹੀਂ ਕਰੇਗਾ। ਚੌਥਾ ਸਵਾਲ, ਜੇਕਰ ਕੋਹਿਨੂਰ ਮਿਲ ਜਾਂਦਾ ਹੈ ਤਾਂ ਇਸ ਦੇ ਹੱਕ ਕਿਸਦਾ ਹੈ। ਕਿ ਸਿੱਖ ਰਾਜ ਦੀ ਪੰਜਵਾਂ ਸਵਾਲ ਕਿ ਸਿੱਖ ਰਾਜ ਦੀ ਨਿਸ਼ਾਨੀ ਹੋਣ ਦੇ ਨਾਤੇ ਇਹ ਸਿੱਖਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਹੋਣਾ ਚਾਹੀਦਾ ਹੈ, ਸਿੱਖ ਮਿਊਜ਼ੀਅਮ ਹੋਣਾ ਚਾਹੀਦਾ ਹੈ, ਜਾਂ ਦਿੱਲੀ ਜਾਣਾ ਚਾਹੀਦਾ ਹੈ, ਕਿਉਂਕਿ ਹੁਣ ਭਾਰਤ ਵਿੱਚ ਸਰਕਾਰ ਉਸ ਤਰੀਕੇ ਨਾਲ ਨਹੀਂ ਚੱਲਦੀ ਹੈ ਜਿਵੇਂ ਖਾਲਸਾ ਰਾਜ ਚੱਲਿਆ ਕਰਦਾ ਸੀ। ਛੇਵਾਂ ਸਵਾਲ ਕਿ ਵਾਕਿਆ ਹੀ ਇਹ ਨਿਸ਼ਾਨੀ ਹੁਣ ਵਾਪਸ ਮਿਲੇਗੀ ਜਾਂ ਫਿਰ ਨਹੀਂ ਮਿਲੇਗੀ। ਕਿਹੜੀਆਂ ਅੜਚਨਾਂ ਨੇ ਇਸ ਨੂੰ ਵਾਪਸ ਲਿਆਉਣ ਦੇ ਵਿੱਚ, ਹੁਣ ਤੱਕ ਕਿਹੜੀਆਂ ਚਾਰਾਜੋਈਆਂ ਹੋਈਆਂ, ਕਦੋਂ ਕੋਹਿਨੂਰ ਨੂੰ ਵਾਪਸ ਲਿਆਉਣ ਦੀਆਂ ਕਹਾਣੀਆਂ ਸ਼ੁਰੂ ਹੋਈਆਂ, ਇਹ ਵੀ ਸਵਾਲ ਹੈ। ਕਦੋਂ ਚਰਚਾਵਾਂ ਹੋਈਆਂ। 2022 ਦੇ ਵਿੱਚ ਵੀ ਮੰਗ ਹੈ ਜਿਹੜੀ ਉਹ ਕੀਤੀ ਗਈ ਸੀ, ਪਰ ਹਲੇ ਤੱਕ ਵਾਪਸੀ ਹੈ ਜਿਹੜੀ ਉਹ ਨਹੀਂ ਹੋਈ ਹੈ, ਵਾਪਸੀ ਦੇ ਰਾਹ ਹੀ ਨਹੀਂ ਖੁੱਲੇ ਨੇ। ਹੁਣ ਗੱਲ ਹੈ ਜਿਹੜੀ ਅਸੀਂ ਇਹ ਕਰਦੇ ਹਾਂ ਕਿ ਕਿਵੇਂ ਐਂਗਲੋ ਸਿੱਖ ਵਾਰ ਤੋਂ ਬਾਅਦ ਜਿਹੜਾ ਹੈ ਇਹ ਕੋਹਿਨੂਰ ਅੰਗਰੇਜ਼ਾਂ ਦੇ ਹੱਥ ਲੱਗਿਆ। 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ। ਸੱਤਾ ਸੰਘਰਸ਼ ਤੋਂ ਬਾਅਦ 1843 ਵਿੱਚ 5 ਸਾਲਾ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦਾ ਰਾਜਾ ਬਣਾਇਆ ਗਿਆ। ਪਰ ਦੂਜੀ ਐਂਗਲੋ ਸਿੱਖ ਜੰਗ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਸਾਮਰਾਜ ਤੇ ਕੋਹਿਨੂਰ ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ। ਦਲੀਪ ਸਿੰਘ ਨੂੰ ਉਹਨਾਂ ਦੀ ਮਾਤਾ ਮਹਾਰਾਣੀ ਜਿੰਦ ਕੌਰ ਤੋਂ ਵੱਖਰੇ ਕਰਕੇ ਅੰਗਰੇਜ਼ ਜੋੜੇ ਨਾਲ ਰਹਿਣ ਲਈ ਫਤਿਹਗੜ੍ਹ ਕਿਲੇ ਦੇ ਵਿੱਚ ਭੇਜ ਦਿੱਤਾ ਗਿਆ। ਲਾਰਡ ਡਲਹੌਜ਼ੀ ਖੁਦ ਕੋਹਿਨੂਰ ਲੈਣ ਲਾਹੌਰ ਆਏ। ਉਹਨਾਂ ਦੇ ਤੋਸ਼ੇਖਾਨੇ ਤੋਂ ਹੀਰਿਆਂ ਨੂੰ ਕਢਵਾ ਕੇ ਡਲਹੌਜ਼ੀ ਦੇ ਹੱਥਾਂ ਦੇ ਵਿੱਚ ਰੱਖਿਆ ਗਿਆ। ਉਸ ਸਮੇਂ ਇਸ ਦਾ ਵਜ਼ਨ 190.3 ਕੈਰਟ ਸੀ। ਲਾਰਡ ਡਲਹੌਜ਼ੀ ਨੇ ਕੋਹਿਨੂਰ ਨੂੰ ਆਪਣੇ ਪਾਣੀ ਦੇ ਜਹਾਜ਼ ਮੇਡੀਆ ਰਾਹੀਂ ਮਹਾਰਾਣੀ ਵਿਕਟੋਰੀਆ ਕੋਲ ਭੇਜਣ ਦਾ ਫੈਸਲਾ ਲਿਆ। ਉਸ ਜਹਾਜ਼ ਨੂੰ ਰਸਤੇ ਦੇ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਗਿਆ। ਇਸ ਦੀ ਕੀਮਤ ਹੈ ਜਿਹੜੀ ਸਭ ਨੂੰ ਹੈਰਾਨ ਕਰ ਦਿੰਦੀ ਹੈ। ਕੋਹਿਨੂਰ ਇੰਨਾ ਵੱਡਾ ਹੀਰਾ ਹੈ। ਕੋਹਿਨੂਰ ਜਿਹੜੀ ਹੈ
ਜਦ ਕੋਹਿਨੂਰ ਨੂੰ ਜਹਾਜ਼ ਤੇ ਚੜਾਇਆ ਗਿਆ ਤਾਂ ਜਹਾਜ਼ ਦੇ ਚਾਲਕਾਂ ਨੂੰ ਇਸ ਦੀ ਭਣਕ ਵੀ ਨਹੀਂ ਪੈਣ ਦਿੱਤੀ ਕਿ ਉਹ ਆਪਣੇ ਨਾਲ ਕੀ ਲਿਜਾ ਰਹੇ ਨੇ। ਮੀਡੀਆ ਨਾਮ ਦੇ ਇਸ ਜਹਾਜ਼ ਦੇ ਇੰਗਲੈਂਡ ਰਵਾਨਾ ਹੋਣ ਤੋਂ 1-2 ਹਫ਼ਤਿਆਂ ਤੱਕ ਕੋਈ ਸਮੱਸਿਆ ਜਿਹੜੀ ਨਹੀਂ ਆਈ, ਪਰ ਫਿਰ ਕੁਝ ਲੋਕ ਬਿਮਾਰ ਹੋ ਗਏ, ਜਹਾਜ਼ 'ਚ ਹੈਜ਼ਾ ਫੈਲ ਗਿਆ। ਜਹਾਜ਼ ਦੇ ਕਪਤਾਨ ਨੇ ਚਾਲਕਾਂ ਨੂੰ ਇਹ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਮੌਰੀਸ਼ੀਅਸ ਆਉਣ ਵਾਲਾ ਹੈ, ਉੱਥੇ ਸਾਨੂੰ ਦਵਾਈ ਅਤੇ ਖਾਣਾ ਮਿਲੇਗਾ, ਸਭ ਕੁਝ ਠੀਕ ਹੋ ਜਾਏਗਾ। ਪਰ ਜਦੋਂ ਜਹਾਜ਼ ਮੌਰੀਸ਼ੀਅਸ ਪਹੁੰਚਣ ਵਾਲਾ ਸੀ ਤਾਂ ਉੱਥੋਂ ਦੇ ਲੋਕਾਂ ਤੱਕ ਜਹਾਜ਼ ਬਾਰੇ ਬਿਮਾਰ ਲੋਕਾਂ ਦੀ ਖਬਰ ਪਹੁੰਚ ਗਈ। ਉਹਨਾਂ ਨੇ ਧਮਕੀ ਦਿੱਤੀ ਕਿ ਜਹਾਜ਼ ਤਟ ਦੇ ਨੇੜੇ ਵੀ ਪਹੁੰਚੇ ਤਾਂ ਉਸਨੂੰ ਤੋਪਾਂ ਨਾਲ ਉਡਾ ਦੇਣਗੇ। ਚਾਲਕ ਦਾ ਜੋ ਹੈਜ਼ਾ ਫੈਲਣ ਤੋਂ ਬਾਅਦ ਮੁਸ਼ਕਿਲ ਦੇ ਵਿੱਚ ਸੀ, ਇਹੀ ਮਨਾਉਂਦਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇੰਗਲੈਂਡ ਪਹੁੰਚ ਜਾਣਗੇ। ਰਸਤੇ ਦੇ ਵਿੱਚ ਇਹਨਾਂ ਨੂੰ ਇੱਕ ਬਹੁਤ ਵੱਡੇ ਸਮੁੰਦਰੀ ਤੂਫਾਨ ਦਾ ਵੀ ਸਾਹਮਣਾ ਕਰਨਾ ਪਿਆ, ਜਿਸ ਨੇ ਜਹਾਜ਼ ਨੂੰ ਤਕਰੀਬਨ 2 ਹਿੱਸਿਆਂ ਦੇ ਵਿੱਚ ਤੋੜ ਦਿੱਤਾ। ਜਦੋਂ ਇੰਗਲੈਂਡ ਜਾ ਕੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਆਪਣੇ ਨਾਲ ਕੋਹਿਨੂਰ ਲਿਆ ਰਹੇ ਸੀ। ਸ਼ਾਇਦ ਇਸੇ ਕਾਰਨ ਉਹਨਾਂ ਨੂੰ ਇੰਨੀਆਂ ਖਿਆਈਆਂ ਨੇ ਜਿਹੜੀਆਂ ਉਹ ਝੱਲਣੀਆਂ ਪਈਆਂ। ਜਦੋਂ ਕੋਹਿਨੂਰ ਲੰਡਨ ਪਹੁੰਚਿਆ ਤਾਂ ਉਸਨੂੰ ਕ੍ਰਿਸਟਲ ਪੈਲੇਸ ਦੇ ਵਿੱਚ ਬਰਤਾਨਵੀ ਜਨਤਾ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਕੋਹਿਨੂਰ ਨੂੰ ਬਰਤਾਨੀਆ ਦੇ ਲੈ ਜਾਣ ਦੇ 3 ਸਾਲ ਬਾਅਦ ਉਸਦੀ ਨੁਮਾਇਸ਼ ਕੀਤੀ ਗਈ। ਲੰਡਨ ਦੇ ਵਿੱਚ ਇਸ ਤੋਂ ਪਹਿਲਾਂ ਲੋਕਾਂ ਦਾ ਇੱਕ ਵੱਡਾ ਇਕੱਠ ਕਦੇ ਨਹੀਂ ਸੀ ਦੇਖਿਆ। ਪ੍ਰਦਰਸ਼ਨ ਦੀ ਜਦੋਂ ਸ਼ੁਰੂ ਹੋਈ ਤਾਂ ਲਗਾਤਾਰ ਬੂੰਦਾਬਾਂਦੀ ਹੋ ਰਹੀ ਸੀ, ਉਸ ਦਿਨ ਬਾਰਿਸ਼ ਹੋ ਰਹੀ ਸੀ। ਲੋਕ ਪ੍ਰਦਰਸ਼ਨੀ ਦੇ ਦਰਵਾਜ਼ੇ ਤੇ ਪਹੁੰਚੇ ਤਾਂ ਲੋਕਾਂ ਨੂੰ ਅੰਦਰ ਵੜਨ ਲਈ ਘੰਟਿਆਂ ਤੱਕ ਲਾਈਨ ਦੇ ਵਿੱਚ ਲੱਗਣਾ ਪਿਆ। ਇਹ ਹੀਰਾ ਪੂਰਬ ਦੇ ਵਿੱਚ ਬਰਤਾਨਵੀ ਸ਼ਾਸਨ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਸੀ ਅਤੇ ਬਰਤਾਨੀਆ ਦੀ ਫੌਜ ਤਾਕਤ ਦੇ ਵਾਧੇ ਅਸਰ ਨੂੰ ਵਿਖਾਉਂਦਾ ਸੀ। ਮਹਾਰਾਣੀ ਵਿਕਟੋਰੀਆ ਨਾਲ ਮਿਲਣ ਦੀ ਇੱਛਾ ਜਿਹੜੀ ਹੈ ਮਹਾਰਾਜਾ ਦਲੀਪ ਸਿੰਘ ਨੇ ਪ੍ਰਗਟ ਕੀਤੀ। ਰਾਣੀ ਇਸ ਲਈ ਤਿਆਰ ਵੀ ਹੋ ਗਈ। ਉੱਥੇ ਦਲੀਪ ਸਿੰਘ ਨੇ ਰਾਣੀ ਵਿਕਟੋਰੀਆ ਕੋਲ ਰੱਖੇ ਕੋਹਿਨੂਰ ਹੀਰੇ ਨੂੰ ਉਹਨਾਂ ਨੂੰ ਭੇਂਟ ਕੀਤਾ। ਰਾਣੀ ਵਿਕਟੋਰੀਆ ਨੂੰ ਹਮੇਸ਼ਾ ਬੁਰਾ ਲੱਗਦਾ ਸੀ ਕਿ ਉਹਨਾਂ ਦੀ ਹਕੂਮਤ ਨੇ ਜੋ ਇੱਕ ਬੱਚੇ ਦੇ ਨਾਲ ਕੀਤਾ ਸੀ। ਐਸੇ ਕਰਕੇ ਮਹਾਰਾਜਾ ਦਲੀਪ ਸਿੰਘ ਰਾਣੀ ਵਿਕਟੋਰੀਆ ਦੇ ਨਜ਼ਦੀਕ ਵੀ ਸੀ। ਉਹ ਦਲੀਪ ਸਿੰਘ ਨੂੰ ਬਹੁਤ ਪਿਆਰ ਕਰਦੇ ਸੀ, ਇਸ ਲਈ ਉਹਨਾਂ ਨੂੰ ਦਲੀਪ ਸਿੰਘ ਨਾਲ ਹੋਏ ਵਿਵਹਾਰ ਤੇ ਦੁੱਖ ਸੀ। ਹਾਲਾਂਕਿ ਕੋਹਿਨੂਰ ਉਹਨਾਂ ਦੇ ਕੋਲ 2 ਸਾਲ ਪਹਿਲਾਂ ਪਹੁੰਚ ਚੁੱਕਿਆ ਸੀ, ਪਰ ਉਹਨਾਂ ਨੇ ਇਸ ਨੂੰ ਜਨਤਕ ਤੌਰ ਤੇ ਕਦੇ ਨਹੀਂ ਸੀ ਮੰਨਿਆ। ਉਹਨਾਂ ਨੂੰ ਲੱਗਦਾ ਸੀ ਕਿ ਜੇਕਰ ਦਲੀਪ ਸਿੰਘ ਨੇ ਇਸ ਨੂੰ ਦੇਖਿਆ ਤਾਂ ਇਸ ਬਾਰੇ ਕੀ ਸੋਚੇਗਾ। ਉਹ ਇਸ ਜ਼ਮਾਨੇ ਦੇ ਵਿੱਚ ਇੱਕ ਮਸ਼ਹੂਰ ਚਿੱਤਰਕਾਰ ਫਰਾਜ਼ ਜ਼ੇਵਰ ਹੋਇਆ ਕਰਦੇ ਸੀ। ਰਾਣੀ ਨੇ ਉਹਨਾਂ ਨੂੰ ਦਲੀਪ ਸਿੰਘ ਦਾ ਇੱਕ ਚਿੱਤਰ ਬਣਾਉਣ ਲਈ ਆਖਿਆ, ਜਿਸ ਨੂੰ ਆਪਣੇ ਮਹਿਲ ਦੇ ਵਿੱਚ ਲੁਕਾਉਣਾ ਚਾਹੁੰਦੇ ਸੀ। ਭਾਵ 2 ਸਾਲ ਪਹਿਲਾਂ ਚਲਾ ਗਿਆ। ਫਿਰ ਮਹਾਰਾਜਾ ਦਲੀਪ ਸਿੰਘ ਦੇ ਹੱਥੀਂ ਰਾਣੀ ਵਿਕਟੋਰੀਆ ਨੂੰ ਦਵਾਇਆ ਗਿਆ ਤਾਂ ਜੋ ਲੋਕਾਂ ਨੂੰ ਇਹ ਅੰਦਾਜ਼ਾ ਹੋ ਸਕੇ ਕਿ ਮਹਾਰਾਜਾ ਦਲੀਪ ਸਿੰਘ ਦੇ ਵੱਲੋਂ ਗਿਫਟ ਕੀਤਾ ਗਿਆ ਸੀ ਕੁਈਨ ਵਿਕਟੋਰੀਆ ਨੂੰ, ਪਰ ਅਜਿਹਾ ਨਹੀਂ ਸੀ ਹੋਇਆ। ਇਹ ਸੱਚ ਸਭ ਦੇ ਸਾਹਮਣੇ ਆ ਚੁੱਕਿਆ ਹੈ। ਦੁਨੀਆ ਭਰ ਦੇ ਵਿੱਚ ਹੁਣ ਇਸ ਸੱਚ ਦੇ ਬਾਰੇ ਪਤਾ ਹੈ। ਕਿਵੇਂ ਕੋਹਿਨੂਰ ਭਾਰਤ ਤੋਂ, ਕਿਵੇਂ ਕੋਹਿਨੂਰ ਸਿੱਖ ਰਾਜ ਤੋਂ ਬ੍ਰਿਟੇਨ ਚਲਾ ਗਿਆ ਤੇ ਕਿਵੇਂ ਇਹ ਲੁੱਟ ਦਾ ਪ੍ਰਤੀਕ ਬਣ ਗਿਆ। ਸਾਡੀ ਵਿਰਾਸਤ ਅੱਜ ਵੀ ਬ੍ਰਿਟੇਨ ਦੇ ਕੋਲ ਪਈ ਹੈ, ਪਰ ਅਜਿਹਾ ਕੋਈ ਚਾਰਾ ਕੋਈ ਨਹੀਂ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਵਾਪਸ ਲਿਆ ਸਕੀਏ। ਜਦੋਂ ਦਲੀਪ ਸਿੰਘ ਬਕਿੰਗਮ ਪੈਲੇਸ ਦੇ ਵਾਈਟ ਡਰਾਇੰਗ ਰੂਮ ਦੇ ਵਿੱਚ ਆਪਣੇ ਮੰਚ ਦੇ ਖੜੇ ਹੋਏ ਚਿੱਤਰ ਬਣਵਾ ਰਹੇ ਸੀ ਤਾਂ ਰਾਣੀ ਨੇ ਇੱਕ ਸੈਨਿਕ ਤੋਂ ਸੱਦ ਕੇ ਬਕਸਾ ਲਿਆਉਣ ਨੂੰ ਕਿਹਾ, ਜਿਸ ਦੇ ਵਿੱਚ ਕੋਹਿਨੂਰ ਰੱਖਿਆ ਹੋਇਆ ਸੀ। ਉਹਨਾਂ ਨੇ ਦਲੀਪ ਸਿੰਘ ਨੂੰ ਆਖਿਆ ਕਿ ਮੈਂ ਤੁਹਾਨੂੰ ਚੀਜ਼ ਵਿਖਾਉਣਾ ਚਾਹੁੰਦੀ ਹਾਂ। ਦਲੀਪ ਸਿੰਘ ਨੇ ਕੋਹਿਨੂਰ ਨੂੰ ਵੇਖਦੇ ਹੀ ਆਪਣੇ ਹੱਥਾਂ ਦੇ ਵਿੱਚ ਚੁੱਕ ਲਿਆ। ਉਸਨੂੰ ਉਹਨਾਂ ਨੇ ਖਿੜਕੀ ਦੇ ਕੋਲ ਜਾ ਕੇ ਧੁੱਪ ਦੇ ਵਿੱਚ ਦੇਖਿਆ। ਉਸ ਸਮੇਂ ਕੋਹਿਨੂਰ ਦੀ ਸ਼ਕਲ ਬਦਲ ਚੁੱਕੀ ਸੀ, ਉਸਨੂੰ ਵੱਢਿਆ ਜਾ ਚੁੱਕਿਆ ਸੀ। ਹੁਣ ਇਹ ਕੋਹਿਨੂਰ ਨਹੀਂ ਸੀ ਰਿਹਾ ਜਿਸ ਨੂੰ ਦਲੀਪ ਸਿੰਘ ਉਸ ਸਮੇਂ ਪਹਿਨਿਆ ਕਰਦੇ ਸੀ ਜਦੋਂ ਪੰਜਾਬ ਦੇ ਰਾਜਾ ਹੋਇਆ ਕਰਦੇ ਸੀ। ਮਾਫ ਕਰਨਾ, ਮਹਾਰਾਜਾ ਰਣਜੀਤ ਸਿੰਘ ਵੀ ਇਸ ਨੂੰ ਪਹਿਨਦੇ ਰਹੇ ਨੇ ਆਪਣੀ ਬਾਂਹ ਦੇ ਨਾਲ ਬੰਨ੍ਹ ਕੇ। ਵਿਕਟੋਰੀਆ ਨੇ ਉਹ ਹੀਰਾ ਉਹਨਾਂ ਤੋਂ ਲਿਆ ਤੇ ਆਪਣੀ ਮੌਤ ਤੱਕ ਲਗਾਤਾਰ ਉਸਨੂੰ ਪਹਿਨ ਹੀ ਰੱਖਿਆ। ਤਦ ਦਲੀਪ ਸਿੰਘ ਨੇ ਮਹਾਰਾਣੀ ਨੂੰ ਆਖਿਆ ਸੀ ਕਿ ਯੂਰ ਮੈਜੈਸਟੀ, ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਹੀਰਾ ਤੁਹਾਨੂੰ ਤੋਹਫੇ ਦੇ ਵਿੱਚ ਦਿਆਂ, ਕਿਉਂਕਿ ਉਸਦੀ ਸ਼ਕਲ ਵਿਗੜ ਚੁੱਕੀ ਸੀ। ਇਹ ਸਾਰੀ ਇੱਕ ਖੇਡ ਹੈ ਜਿਹੜੀ ਬਣਾਈ ਗਈ ਸੀ। ਮਹਾਰਾਜਾ ਦਲੀਪ ਸਿੰਘ ਨੂੰ ਅਜਿਹਾ ਬੋਲਣ ਦੇ ਬਾਰੇ ਆਖਿਆ ਗਿਆ ਸੀ ਤੇ ਉਹ ਦੁਨੀਆ ਦੇ ਸਾਹਮਣੇ ਹੀਰਾ ਕੁਈਨ ਵਿਕਟੋਰੀਆ ਦੇ ਕੋਲ ਚਲਾ ਗਿਆ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਮਾਫ ਕਰਨਾ, ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਸ ਤੇ ਤੁਸੀਂ ਕਾਲ ਕਰਕੇ ਆਪਣੀ ਰਾਏ ਦੇ ਸਕਦੇ ਹੋ। ਤੁਸੀਂ ਵੀ ਸਾਡੇ ਨਾਲ, ਜੇਕਰ ਤੁਹਾਡੇ ਕੋਲ ਵੀ ਕੋਹਿਨੂਰ ਮੁਤਲਕ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹੁਣ ਸ਼ੋਹਰਾਨ ਮਮਦਾਨੀ ਜੋ ਨਿਊਯਾਰਕ ਦੇ ਮੇਅਰ ਨੇ, ਉਹਨਾਂ ਨੇ ਕੋਹਿਨੂਰ ਦਾ ਮੁੱਦਾ ਚੁੱਕਿਆ ਹੈ। ਕਿੰਗ ਚਾਰਲਸ ਸਟਰੀਟ ਤੇ ਮਹਾਰਾਣੀ ਕੈਮਲਾ ਨੂੰ ਆਖਿਆ ਹੈ ਕਿ ਕੋਹਿਨੂਰ ਭਾਰਤ ਦਾ ਹੈ, ਉਸਨੂੰ ਵਾਪਸ ਭਾਰਤ ਕੋਲ ਭੇਜ ਦਿਓ। ਇਹ ਭਾਰਤ ਦੀ ਵਿਰਾਸਤ ਹੈ। ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ, ਗੱਲਬਾਤ ਕਰਾਂਗੇ। ਹੈਲੋ ਹੈਲੋ ਹਾਂਜੀ, ਸਤਿ ਸ੍ਰੀ ਅਕਾਲ
ਜਸਮੀਤ ਜੀ, ਮੈਂ ਨਾ ਕੁਝ ਐਡ ਕਰਨਾ ਚਾਹੁੰਦਾ। ਹਾਂਜੀ ਬਿਲਕੁਲ ਤੁਸੀਂ ਕਰ ਸਕਦੇ ਹੋ ਸਰ, ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਪਲੀਜ਼। ਹੁਣ ਹਾਂਜੀ, ਹੁਣ ਗੱਲ ਚੱਲ ਰਹੀ ਸੀ ਬਈ ਉਹ ਆਪਣੇ ਜਦੋਂ ਸਿੱਖਾਂ ਦੇ ਕੋਲ ਉਹ ਕਦੋਂ ਆਇਆ। ਜੀ ਸਿੱਖਾਂ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ 1801 ਤੋਂ ਲੈ ਕੇ 1849 ਤੱਕ। ਉਹਨਾਂ ਦੀ ਆਪਣੀ ਡੈਥ ਤਾਂ 1839 ਚ ਹੋ ਗਈ ਸੀ। 10 ਸਾਲ ਫਿਰ ਉਹ ਪ੍ਰਿੰਸ ਜਿਹੜਾ ਹੈ ਬਈ ਉਹ ਉਹਦਾ ਹੋ ਰਿਹਾ ਰਾਜਾ। ਹੁਣ 1813 ਦੇ ਵਿੱਚ ਉਹ ਕੋਹਿਨੂਰ ਜਿਹੜਾ ਹੀਰਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ। ਉਹ ਕਿਵੇਂ ਆਇਆ ਬਈ ਜਦੋਂ ਪਹਿਲਾਂ ਉਹ ਨਾਦਰ ਸ਼ਾਹ ਲੈ ਗਿਆ ਸੀ ਉਹਨੂੰ ਪਰਸ਼ੀਆ ਦੇ ਵਿੱਚ, ਤਾਂ ਉਸ ਟਾਈਮ ਜਦੋਂ ਉਹਦੀ ਡੈਥ ਹੋ ਗਈ ਉਹ ਮੁੜ ਕੇ ਜਿਹੜੇ ਉਹਦੇ ਹੱਕਦਾਰ ਸੀਗੇ ਉਹ ਅਫਗਾਨਿਸਤਾਨ ਚ ਰਹਿੰਦੇ ਸੀ। ਕਿ ਉਦੋਂ ਹੋ ਸਕਦਾ ਵੀ ਇਹ ਜਿਹੜਾ ਪਰਸ਼ੀਆ ਸੀ, ਪਰਸ਼ੀਆ ਦੇ ਵਿੱਚ ਅਫਗਾਨਿਸਤਾਨ ਦਾ ਪਾਰਟ, ਈਰਾਨ, ਇਹ ਸਾਰਾ ਏਰੀਆ ਇਹਨੂੰ ਪਰਸ਼ੀਆ ਕਿਹਾ ਜਾਂਦਾ। ਉਹ ਫਿਰ ਜਦੋਂ ਉੱਥੇ ਉਹਨਾਂ ਕੋਲ ਆ ਗਿਆ ਤੇ ਉਹ ਉੱਥੇ ਦਾ ਇੱਕ ਰੂਲਰ ਸੀ ਸ਼ਾਹ ਸੁਜਾ ਦੁਰਾਨੀ। ਉਹ ਫਿਰ ਜਦੋਂ ਉਹ ਲੜਾਈ 'ਚ ਜਿਹੜਾ ਉਹਦਾ ਰਾਜਪਾਟ ਸੀਗਾ ਅਫਗਾਨਿਸਤਾਨ 'ਚ ਉਹਦਾ ਉਹੀ ਲਾਸਟ, ਤਾਂ ਉਹਨੇ ਮਹਾਰਾਜਾ ਕਿਉਂ ਅੱਗੋਂ ਆਪਣਾ ਬਾਰਡਰ ਲੱਗਦਾ ਸੀਗਾ ਪੰਜਾਬ ਦਾ, ਦਰਾ ਖੈਬਰ ਤੁਰਲੇ ਬੰਨੇ ਸਾਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉੱਥੋਂ ਤੱਕ। ਉਹਨੇ ਇਹਨਾਂ ਕੋਲੋਂ ਉਹ ਪਨਾਹ ਮੰਗੀ ਵੀ ਤੁਸੀਂ ਮੈਨੂੰ ਸੇਫ ਪੈਸੇਜ ਦੇ ਦਿਓ, ਮੈਂ ਸੋ ਦੈਟ ਮੇਰੀ ਜਾਨ ਨੂੰ ਖਤਰਾ। ਤਾਂ ਫਿਰ ਮਹਾਰਾਜਾ ਨੇ ਕਿਹਾ ਵੀ ਤੈਨੂੰ ਮੇਰੇ ਨਾਲ ਇੱਕ ਟ੍ਰੀਟੀ ਕਰਨੀ ਪਊਗੀ ਵੀ ਤੂੰ ਜਿਹੜਾ ਕੋਹਿਨੂਰ ਹੀਰਾ ਹੈ ਉਹ ਤੂੰ ਮੈਨੂੰ ਦੇਂਗਾ ਤੇ ਮੈਂ ਤੈਨੂੰ ਹੈਲਪ ਕਰੂੰਗਾ ਔਰ ਦੁਬਾਰਾ ਤੇਰਾ ਰਾਜ ਰਿਸਟੋਰ ਕਰਨ 'ਚ ਵੀ ਸਿੱਖ ਫੌਜਾਂ ਮਦਦ ਕਰਨਗੀਆਂ। ਉਹ ਫਿਰ ਜਿਹੜਾ ਕੋਹਿਨੂਰ ਸੀ ਉਹ ਪੰਜਾਬ 'ਚ ਜਿਹੜਾ ਉਦੋਂ ਦਾ ਵੱਡਾ ਪੰਜਾਬ ਸੀ ਉਹਦੇ ਵਿੱਚ ਆ ਗਿਆ। ਉਹ ਹੁਣ ਕੀ ਗੱਲ ਇਹ ਆ ਵੀ ਇਹ ਕਿਹਦੇ ਕੋਲ ਜਾਣਾ ਚਾਹੀਦਾ। ਜੇ ਤਾਂ ਲਾਸਟ ਪੋਜੈਸ਼ਨ ਵਾਲੇ ਨੂੰ ਮੋੜਨਾ ਤਾਂ ਫਿਰ ਤਾਂ ਇਹ ਸਿੱਖਾਂ ਕੋਲ ਸੀਗਾ, ਜਿਹੜਾ ਕਿ ਸਾਡੀ ਪੰਜਾਬ ਸਟੇਟ ਹੈ। ਉਹ ਹੁਣ ਇਹ ਪੰਜਾਬ ਸਟੇਟ ਦਾ ਨਕਸ਼ਾ ਡਿਫਰੈਂਟ ਹੈ, ਪਰ ਉਦੋਂ ਇਹ ਸਾਰਾ ਪੰਜਾਬ ਸੀ। ਔਰ ਜੇ ਓਰੀਜਨਲ ਬੰਦੇ ਕੋਲ ਜਾਣਾ ਤਾਂ ਫਿਰ ਉਹ ਆਂਧਰਾ ਪ੍ਰਦੇਸ਼ ਹੈ, ਗੋਲਕੁੰਡਾ। ਅਗਰ ਇਹ ਕਿਸੇ ਕੰਟਰੀ ਕੋਲ ਜਾਣਾ ਹੈ ਤਾਂ ਉਹ ਫਿਰ ਜਿਹੜਾ ਉਹ ਇੰਡੀਆ ਕੋਲ ਜਾਏਗਾ। ਹੁਣ ਗੱਲ ਇਹ ਹੈ ਕਿ ਜਦੋਂ ਇੰਗਲੈਂਡ ਨੇ ਆਜ਼ਾਦੀ ਸਾਰੀ ਕਲੋਨੀਜ਼ ਨੂੰ 1947 ਚ ਦਿੱਤੀਆਂ ਤਾਂ ਉਹਨਾਂ ਨੇ ਜਿਹੜੀਆਂ ਨਾਨ ਪੈਰਿਸ਼ੇਬਲ ਚੀਜ਼ਾਂ ਜਿਵੇਂ ਲੈਂਡ, ਬਿਲਡਿੰਗਸ, ਦੂਜੀਆਂ ਚੀਜ਼ਾਂ ਉਹ ਸਾਰੀਆਂ ਉਹਨਾਂ ਕਲੋਨੀਜ਼ ਨੂੰ ਉਹ ਵਾਪਸ ਕਰ ਦਿੱਤੀਆਂ। ਰੇਲ ਰੋਡ, ਬੱਸਾਂ, ਜੋ ਵੀ ਉਸ ਟਾਈਮ ਸੜਕਾਂ, ਨਹਿਰਾਂ, ਤੇ ਉਹ ਜਿਹੜੇ ਪੈਰਿਸ਼ੇਬਲ ਤਾਂ ਉਹ ਵਿੱਚੋਂ ਯੂਜ਼ ਕਰਦੇ ਰਹੇ 100-150 ਸਾਲ, 200 ਸਾਲ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੇ ਉੱਥੋਂ ਇੱਥੇ ਟ੍ਰਾਂਸਫਰ ਕੀਤੀਆਂ, ਉਹ ਇੰਟਰਨੈਸ਼ਨਲ ਕੋਰਟ 'ਚ ਇੰਡੀਆ ਨੂੰ ਔਰ ਸਿੱਖਾਂ ਨੂੰ ਟੂਗੈਦਰ ਮੂਵ ਕਰਨਾ ਚਾਹੀਦਾ ਔਰ ਇਹ ਉਹਨਾਂ ਨੂੰ ਵਾਪਸ ਕਰਨਾ ਪਏਗਾ। ਥੈਂਕ ਯੂ ਜੀ। ਬਿਲਕੁਲ, ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ ਇਸ ਜਾਣਕਾਰੀ ਨੂੰ ਐਡ ਆਨ ਕਰਨ ਦੇ ਲਈ। ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਜੋ ਦਰਸ਼ਕ ਜੁੜੇ ਨੇ ਉਹਨਾਂ ਨੇ ਵੀ ਆਪਣੀ ਕਾਫੀ ਇਨਫੋਰਮੇਸ਼ਨ ਹੈ ਜਿਹੜੀ ਐਡ ਆਨ ਕੀਤੀ ਹੈ ਕਿ ਕਿਸ ਤਰ੍ਹਾਂ 1813 ਤੋਂ ਲੈ ਕੇ ਬਾਅਦ ਦਾ ਇਤਿਹਾਸ ਆ, ਕਿਵੇਂ ਕਿੱਥੋਂ ਇਹ ਕੋਹਿਨੂਰ ਚੱਲਿਆ, ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚਿਆ ਤੇ ਕਿਸ ਦੇ ਕੋਲ ਇਹ ਜਾ ਸਕਦਾ ਹੈ, ਕਿਸ ਦਾ ਹੱਕ ਹੈ, ਕਿਉਂਕਿ ਤਦ ਇੱਕ ਵੱਡਾ ਪੰਜਾਬ ਹੋਇਆ ਕਰਦਾ ਸੀ। ਬਹੁਤ ਸੋਹਣੀ ਜਾਣਕਾਰੀ ਸਾਡੇ ਦਰਸ਼ਕ ਸਾਡੇ ਨਾਲ ਸਾਂਝੀ ਕਰ ਰਹੇ ਨੇ। ਤੁਸੀਂ ਵੀ ਸਾਡੇ ਨਾਲ ਕੋਈ ਜਾਣਕਾਰੀ ਇਸ ਕੋਹਿਨੂਰ ਮੁਤਲਕ ਹੋਵੇ ਤਾਂ ਤੁਸੀਂ ਆਪਣੀ ਜਾਣਕਾਰੀ ਸਾਡੇ ਪ੍ਰੋਗਰਾਮ ਦੇ ਨਾਲ ਸਾਂਝੀ ਕਰ ਸਕਦੇ ਹੋ, ਸਾਡੇ ਪ੍ਰੋਗਰਾਮ ਦੇ ਵਿੱਚ ਐਡ ਆਨ ਕਰ ਸਕਦੇ ਹੋ। ਅਸੀਂ ਕੋਹਿਨੂਰ ਦੀ ਕਹਾਣੀ ਕਰ ਰਹੇ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਨਿਸ਼ਾਨੀ ਕਿੱਥੋਂ ਸ਼ੁਰੂ ਹੋਈ ਕਹਾਣੀ, ਇਹ ਸਾਡਾ ਅੱਜ ਦਾ ਸਵਾਲ ਹੈ। ਕੋਹਿਨੂਰ ਮਿਲਣਾ ਕਿਸ ਨੂੰ ਚਾਹੀਦਾ ਹੈ? ਸਵਾਲ ਇਹ ਵੀ ਹੈ ਇਸ ਤੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜਾ ਆਪਣਾ ਹੱਕ ਹੈ ਉਹ ਜਿਤਾ ਰਹੇ ਨੇ ਕਿ ਕੋਹਿਨੂਰ ਭਾਰਤ ਕੋਲ ਆਉਣਾ ਚਾਹੀਦਾ ਹੈ, ਭਾਰਤ ਤੋਂ ਬਾਅਦ, ਕਿਉਂਕਿ ਸਿੱਖ ਰਾਜ ਦੀ ਨਿਸ਼ਾਨੀ ਸੀ ਕਿ ਸਿੱਖਾਂ ਦੇ ਕੋਲ ਆਉਣਾ ਚਾਹੀਦਾ ਹੈ। ਕਿ ਕਦੇ ਬ੍ਰਿਟੇਨ ਇਸ ਨੂੰ ਵਾਪਸ ਕਰੇਗਾ ਵੀ ਜਾਂ ਫਿਰ ਨਹੀਂ ਕਰੇਗਾ, ਜਾਂ ਫਿਰ ਬ੍ਰਿਟੇਨ ਦੇ ਕੋਲ ਹੀ ਇਹ ਠੀਕ ਹੈ, ਕਿਉਂਕਿ ਜੇਕਰ ਉੱਥੋਂ ਹੀਰਾ ਚੱਲਦਾ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਲੜਾਈਆਂ ਨੇ ਉਹ ਹੋ ਸਕਦੀਆਂ ਨੇ, ਹੱਕ ਨੂੰ ਲੈ ਕੇ ਜੰਗ ਵੀ ਲੱਗ ਸਕਦੀ ਹੈ। ਤਾਂ ਕਈ ਸਾਰੇ ਸਵਾਲ ਖੜੇ ਹੋ ਰਹੇ ਨੇ। ਮਹਾਰਾਜਾ ਦਲੀਪ ਸਿੰਘ ਤੋਂ ਇਹ ਕੁਈਨ ਵਿਕਟੋਰੀਆ ਦੇ ਕੋਲ ਗਿਆ, ਕਿਵੇਂ ਕੁਈਨ ਵਿਕਟੋਰੀਆ ਨੇ ਇਸਨੂੰ ਆਪਣੇ ਕੋਲ ਰੱਖਿਆ, ਕੀ ਉਹਨਾਂ ਦੀ ਮੁਹੱਬਤ ਸੀ ਕੁਈਨ ਵਿਕਟੋਰੀਆ ਦੇ ਨਾਲ, ਉਹ ਬੱਚੇ ਨੂੰ ਕਿੰਨਾ ਪਿਆਰ ਕਰਿਆ ਕਰਦੇ ਸੀ। ਜੋ ਮਹਾਰਾਜਾ ਦਲੀਪ ਸਿੰਘ ਦੇ ਨਾਲ ਹੋਇਆ ਉਹ ਕੁਈਨ ਵਿਕਟੋਰੀਆ ਨੂੰ ਬਿਲਕੁਲ ਵਧੀਆ ਨਹੀਂ ਸੀ ਲੱਗਿਆ। ਇਹ ਉਹ तमाम ਚੀਜ਼ਾਂ ਨੇ ਜਿਹੜੀਆਂ ਇਤਿਹਾਸਕ ਪਹਿਲੂਆਂ ਤੋਂ ਅਸੀਂ ਰੱਖੀਆਂ ਨੇ। ਕਈ ਰੈਫਰੈਂਸਸ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਕਈ ਲੇਖਕਾਂ ਦੇ ਜਿਨ੍ਹਾਂ ਨੇ ਮੁਗਲਾਂ ਦੇ ਬਾਰੇ ਵੀ ਲਿਖਿਆ ਹੈ, ਅਹਿਮਦ ਸ਼ਾਹ ਅਬਦਾਲੀ ਦੇ ਬਾਰੇ ਵੀ ਲਿਖਿਆ ਹੈ ਕਿ
ਕਿਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਨੇ ਜਿਹੜੀਆਂ ਨਾਦਰ ਸ਼ਾਹ ਦੇ ਬਾਰੇ ਵੀ ਲਿਖਿਆ ਹੈ, ਕਿਵੇਂ ਕਿਵੇਂ ਕੋਹਿਨੂਰ ਹੀਰਾ ਜਿਹੜਾ ਵੱਖ-ਵੱਖ ਲੋਕਾਂ ਤੋਂ ਹੁੰਦਾ ਹੋਇਆ ਮਹਾਰਾਣੀ ਵਿਕਟੋਰੀਆ ਦੇ ਕੋਲ ਗਿਆ। ਉਹ ਹੁਣ ਜਿਹੜਾ ਕਰਾਊਨ ਪ੍ਰਿੰਸ ਪਹਿਨਦੇ ਨੇ, ਤਾਜ ਪਹਿਨਦੇ ਨੇ, ਉਸ ਦੇ ਵਿੱਚ ਹੀਰਾ ਲੱਗਿਆ ਹੋਇਆ ਹੈ। ਕਿ ਕਦੇ ਇਹ ਵਾਪਸ ਮਿਲੇਗਾ ਜਾਂ ਫਿਰ ਕਦੇ ਵਾਪਸ ਆਏਗਾ ਹੀ ਨਹੀਂ, ਕਿਉਂਕਿ ਹੁਣ ਉੱਥੇ ਕਬਜ਼ਾ ਹੈ ਤੇ ਬ੍ਰਿਟੇਨ ਆਪਣਾ ਕਬਜ਼ਾ ਕਦੇ ਛੱਡੇਗਾ ਹੀ ਨਹੀਂ। ਅਜਿਹੀ ਕਹਾਣੀ ਹੈ ਕੋਹਿਨੂਰ ਤੇ ਹੀਰੇ ਦੀ। ਕਿਵੇਂ ਕਿ 10 ਸਾਲ ਦੇ ਬੱਚੇ ਨੂੰ ਸਿਮਰਨ ਮਾਂ ਮਹਾਰਾਣੀ ਜਿੰਦ ਕੌਰ ਤੋਂ ਛੋੜਿਆ ਗਿਆ, ਉਹਨਾਂ ਨੂੰ ਇੱਕ ਅੰਗਰੇਜ਼ ਜੋੜੇ ਦੇ ਨਾਲ ਰਹਿਣ ਲਈ ਭੇਜਿਆ ਗਿਆ। ਕਿਵੇਂ ਉਹ ਇੱਕ ਸਿੱਖ ਤੋਂ ਉਹਨਾਂ ਨੂੰ ਹੈਟ ਪਹਿਨਾਇਆ ਗਿਆ, ਉਹਨਾਂ ਦਾ ਸਿੱਖੀ ਸਰੂਪ ਜਿਹੜਾ ਖਤਮ ਕਰ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਦੇ ਨਾਲ ਸਿੱਖ ਰਾਜ ਵੀ ਸਮਾਪਤ ਹੋ ਗਿਆ। ਕਿਵੇਂ ਇਕੱਲੇ ਰਹਿ ਕੇ ਸੀ ਦਲੀਪ ਸਿੰਘ, ਇੱਕ ਹੋਰ ਕਹਾਣੀ ਹੈ, ਇਸ ਤੇ ਅਸੀਂ ਕਿਸੇ ਹੋਰ ਦਿਨ ਚਰਚਾ ਕਰਾਂਗੇ। ਪਰ ਸਭ ਤੋਂ ਜਿਹੜੀ ਹੈ ਜੋਹਰਾਨ ਮਮਦਾਨੀ ਨੇ ਨਸੀਹਤ ਦਿੱਤੀ ਹੈ, ਕੋਹਿਨੂਰ ਕਿਸ ਦੀ ਵਸੀਹਤ ਹੈ, ਕਿਸ ਦਾ ਕੀ ਹੈ, ਕਿ ਵਾਕਿਆ ਹੀ ਕਿੰਗ ਨੂੰ ਇਹ ਦਲੀਲ ਹਜ਼ਮ ਹੋਏਗੀ ਕਿ ਭਾਰਤ ਦਾ ਹੈ ਕਿ ਕੋਹਿਨੂਰ ਭਾਰਤ ਨੂੰ ਮਿਲ ਜਾਏ। ਬਹੁਤ ਸਾਰੀਆਂ ਚੀਜ਼ਾਂ ਨੇ ਡਿਸਕਸ ਕਰਨ ਲਈ, ਕਿਉਂਕਿ ਸਾਡਾ ਇਤਿਹਾਸ ਬਹੁਤ ਵਿਸ਼ਾਲ ਹੈ। ਅੱਜ ਸਮਾਂ ਥੋੜਾ ਪੈ ਰਿਹਾ ਹੈ ਇਸ ਇਤਿਹਾਸ ਨੂੰ ਡਿਸਕਸ ਕਰਨ ਦੇ ਲਈ। ਜੋ ਵੀ ਦਰਸ਼ਕ ਸਾਡੇ ਨਾਲ ਜੁੜੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਮੁੱਦਾ ਹੈ ਜਿਹੜਾ ਬਹੁਤ ਇੰਪੋਰਟੈਂਟ ਸੀ, ਸਾਡੀ ਵਿਰਾਸਤ ਨਾਲ, ਮਹਾਰਾਜਾ ਰਣਜੀਤ ਸਿੰਘ ਸ਼ੇਰ ਪੰਜਾਬ ਦੇ ਨਾਲ ਜੁੜਿਆ ਹੋਇਆ ਸੀ, ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਸੀ। ਉਹਨਾਂ ਦਰਸ਼ਕਾਂ ਦਾ ਫੋਨ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਕਿਉਂਕਿ ਜੇਕਰ ਸਿੱਖ ਇਤਿਹਾਸ ਦੀ ਸਾਡੇ ਦਰਸ਼ਕ ਜਾਣਕਾਰੀ ਰੱਖਦੇ ਨੇ, ਬੇਸ਼ਕੀਮਤੀ ਰਾਏ ਸਾਡੇ ਨਾਲ ਸਾਂਝੀ ਕਰਦੇ ਨੇ, ਤਾਂ ਵਾਕਿਆ ਹੀ ਅੱਜ ਵੀ ਸਾਡੇ ਅੰਦਰ ਸਿੱਖ ਵਿਰਾਸਤ ਦੀ ਚਿੰਨ੍ਹ ਹੈ ਜਿਹੜੀ ਉਹ ਜਾਗ ਰਹੀ ਹੈ। ਅਸੀਂ ਉਸ ਸਿੱਖ ਵਿਰਾਸਤ ਨੂੰ ਬਹੁਤ ਪਿਆਰ ਕਰਦੇ ਹਾਂ ਜੋ ਸਦੀਆਂ ਪੁਰਾਣੀ ਹੈ। ਅੱਜ ਸਿੱਖ ਰਾਜ ਬੇਸ਼ੱਕ ਨਹੀਂ ਹੈ, ਬੇਸ਼ੱਕ ਪੰਜਾਬ ਅੱਜ ਛੋਟਾ ਹੋ ਗਿਆ ਹੈ, ਵੱਡਾ ਪੰਜਾਬ ਅੱਜ ਛੋਟਾ ਜਿਹਾ ਸੂਬਾ ਬਣ ਗਿਆ ਹੈ, ਪਰ ਵਿਰਾਸਤ ਹੀ ਕਿਸ ਦੀ ਹੈ, ਕਿਸ ਕੋਲ ਜਾਣਾ ਚਾਹੀਦਾ ਹੈ, ਕਿ ਕਦੇ ਭਾਰਤ ਨੂੰ ਕੋਹਿਨੂਰ ਮਿਲੇਗਾ ਜਾਂ ਨਹੀਂ ਮਿਲੇਗਾ, ਇਹ ਸਭ ਤੋਂ ਵੱਡਾ ਸਵਾਲ ਹੈ। ਕਿ ਜ਼ੋਹਰਾਨ ਮਮਦਾਨੀ ਦੀ ਅਪੀਲ ਤੇ ਕਿੰਗ ਚਾਰਲਸ ਪ੍ਰੀਤ ਤੇ ਰਾਣੀ ਕੈਮਲਾ ਤੇ ਕੋਈ ਅਸਰ ਹੋਵੇਗਾ, ਕੋਈ ਜਵਾਬ ਆਵੇਗਾ, ਜਾਂ ਫਿਰ ਚੁੱਪਚਾਪ ਆਪਣੀ ਨਿਊਯਾਰਕ ਫੇਰੀ ਉਹ ਖਤਮ ਕਰਨਗੇ ਤੇ ਵਾਪਸ ਬ੍ਰਿਟੇਨ ਨੂੰ ਚਲੇ ਜਾਣਗੇ। ਕਿਉਂਕਿ ਅਮਰੀਕਾ ਦੀ ਵਿਜ਼ਿਟ ਨੇ ਕਿੰਗ ਚਾਰਲਸ ਅਤੇ ਕੈਮਲਾ ਉੱਥੇ ਵੱਖ-ਵੱਖ ਥਾਵਾਂ ਦੀ ਵਿਜ਼ਿਟ ਕਰ ਰਹੇ ਨੇ ਅਤੇ 4-5 ਦਿਨ ਦਾ ਦੌਰਾ ਹੈ ਉਹਨਾਂ ਦਾ। ਉਸ ਤੋਂ ਬਾਅਦ ਉਹਨੇ ਵਾਪਸ ਅਮਰੀਕਾ ਨੂੰ ਚਲ ਜਾਣਾ, ਉਸ ਤੋਂ ਬਾਅਦ ਵਾਪਸ ਮਾਫ ਕਰਨਾ ਬ੍ਰਿਟੇਨ ਚਲ ਜਾਣਾ ਹੈ। ਕਿ ਬ੍ਰਿਟੇਨ ਜਾਣ ਤੋਂ ਬਾਅਦ ਕੋਈ ਬਿਆਨ ਕੋਹਿਨੂਰ ਨੂੰ ਲੈ ਕੇ ਆ ਸਕਦਾ ਹੈ ਜਾਂ ਫਿਰ ਨਹੀਂ ਆ ਸਕਦਾ ਹੈ, ਇਸ ਤੇ ਵੀ ਉਮੀਦ ਆਸ ਹੈ ਬਣੀ ਹੋਈ ਹੈ। ਨਜ਼ਰਾਂ ਨੇ ਜਿਹੜੀਆਂ ਉਹ ਟਿਕੀਆਂ ਹੋਈਆਂ ਨੇ। ਕੋਹਿਨੂਰ ਦੀ ਕਹਾਣੀ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਮੁੱਦੇ ਨੂੰ ਉਭਾਰਿਆ ਜਾਵੇ ਜੋ ਸਦੀਆਂ ਪੁਰਾਣਾ ਹੈ ਤੇ ਜੋ ਸਾਡਾ ਹੈ। ਅਸੀਂ ਉਸ ਚੀਜ਼ ਨੂੰ ਬਿਆਨ ਕਰੀਏ ਜੋ ਸਾਡੀ ਹੈ, ਉਸ ਮੁੱਦੇ ਨੂੰ ਲੈ ਕੇ ਆਈਏ ਤੇ ਸਾਰੇ ਹੀ ਲੋਕਾਂ ਦਾ ਧਿਆਨ ਖਿੱਚੀਏ, ਖਾਸ ਕਰਕੇ ਉਹਨਾਂ ਲੋਕਾਂ ਦਾ ਵੀ ਧਿਆਨ ਖਿੱਚੀਏ ਜਿਨ੍ਹਾਂ ਨੂੰ ਇਸ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਹੈ ਕਿ ਕੋਹਿਨੂਰ ਕੀ ਹੈ। ਤੇ ਇਸ ਨੂੰ ਬਹੁਤ ਲਾਈਟਲੀ ਲੈ ਕੇ ਛੱਡ ਦਿੰਦੇ ਨੇ ਕਿ ਕੋਹਿਨੂਰ ਕੀ ਹੋਏਗਾ, ਪਰ ਅੱਜ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਕੋਹਿਨੂਰ ਹੈ ਕੀ ਹੈ, ਇਹ ਕਿੰਨਾ ਕੀਮਤੀ ਹੈ, ਕਿੰਨਾ ਵਿਸ਼ਾਲ ਹੈ, ਕਿਵੇਂ ਇਸ ਨੂੰ ਕੱਟਿਆ ਗਿਆ, ਵੱਟਿਆ ਗਿਆ, ਕਿਵੇਂ ਕੁਈਨ ਵਿਕਟੋਰੀਆ ਦੇ ਤਾਜ ਤੋਂ ਹੁੰਦਾ ਹੋਇਆ ਕਿੰਗ ਦੇ ਕਰਾਊਨ ਦੇ ਵਿੱਚ ਹੈ ਜੀ। ਵਾਕਿਆ ਹੀ ਇੱਕ ਬਹੁਤ ਵੱਡਾ ਇਤਿਹਾਸ ਹੈ। ਹੁਣ ਸਵਾਲ ਹੈ ਕਿ ਵਾਕਿਆ ਹੀ ਕੋਹਿਨੂਰ ਕਦੇ ਭਾਰਤ ਆਵੇਗਾ ਜਾਂ ਫਿਰ ਅਸੀਂ ਸਿਰਫ ਉਡੀਕ ਕਰਦੇ ਰਹਿ ਜਾਵਾਂਗੇ। ਫਿਲਹਾਲ ਅੱਜ ਦੇ ਮੁੱਦੇ 'ਚ ਨਹੀਂ, ਤੁਸੀਂ ਬਣੇ ਜਸ ਪੰਜਾਬੀ ਨਾਲ ਇਜਾਜ਼ਤ। ਧੰਨਵਾਦ।